गुरु नानक पद पंकज बंदन पंकज बंदन सिमरो अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन के नाशक श्री हर गोविंद सोमत परकासक श्री हर राय नमो कर जोरी नमो कर जोरी श्री हर कृष्ण मनाओ मोरी गुरु तेग बहादुर परम कृपाला परम कृपाला श्री गुरु गोविंद सिंह बेसाला तरो तरा पर पुन पुन सीसा पुन पुन सीसा बंदो बार बार जगदीसा एकंकारा सतगुरु तेहि प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा श्री नानक उपमा वडी मोते कही न जाए ज्यों की टीगर न उठे करत अनेक उपाय वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे हां धन धन साहिब श्री गुरु नानक देव महाराज जी का पवित्र इतिहास जिस विच भाई साहब जी संगतां दे कोई शंके निवृत्त कर रहे सी जो कि इतिहास विच एक सिख होया चौथे समय चौथे पातशाह जी दे समय हिंदालिया और हिंदाल दी अगे अंश वंश का एक बच्चा होया जो मनमतिया मनमुख सी। उसने कोशिश की कि अपने बड़ वडेरे हिंदाल दी महिमा ਵਧਾਈ जावे। उसने अपने वड्डे हिंदाल दी महिमा गुरु नानक दे बराबर उन्हां दे इतिहास विच लिख दित्ती नोट कर दित्ती। जिसनों सिख संगतां ने वेख्या तां शंका हो गया भी ये किवें होया। ये होया तां चौथे पातशाह वेले आ बाबे नानक दे बराबर किवें लिखिया गया। तो फिर सारी गल भाई संदोख सिंह ने निवृत्त कीती आ। अगे हुण कथा चलदी है गुरु नानक पातशाह दा इतिहास। आओ आरंभ करिए। उस तो पहला गुरु चरनां विच लवाईए हाजरियां। गुरु का बख्शिया फतेह का नारा करिए बुलंद गज के आखिए जी वाहिगुरु जी का खालसा वाहिगुरु जी की फतेह। दोहरा श्री नानक उपमा वडी मोते कही न जाए। भाई साहब भाई संतोख सिंह कवि संगतां दी निर्णय करके उस तो बाद कहंदे भई गुरु नानक दा इतिहास बहुत वड्डा है। ਉਹਨਾਂ ਨੇ ਪੂਰੇ ਇਤਿਹਾਸ ਨੂੰ ਲਿਖਣਾ ਹਰੇਕ ਜਣੇ ਖਣੇ ਦਾ ਕੰਮ ਨਹੀਂ ਹੈ। ਵੀ ਮੇਰੇ ਕੋਲੇ ਤਾਂ ਇੰਨੀ ਤਾਕਤ ਨਹੀਂ ਹੈ ਜਿਵੇਂ ਜੋ ਕੀ ਡੀਗਰ ਨਾ ਉਠੇ ਕਰਤ ਅਨੇਕ ਉਪਾਏ। ਜਿਵੇਂ ਕੋਈ ਕੀੜੀ ਕਿੰਨਾ ਵੀ ਜ਼ੋਰ ਲਾਵੇ ਪਹਾੜ ਨੂੰ ਨਹੀਂ ਚੱਕ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਦੀ ਸਿਫਤ ਪਹਾੜ ਵਰਗੀ ਹੈ। ਤੇ ਸੰਤੋਖ ਸਿੰਘ ਕਵੀ ਕਹਿੰਦਾ ਮੈਂ ਕੀੜੀ ਦੀ ਨਿਆਈ ਨਿਮਾਣਾ ਹਾਂ। ਚੌਪਈ तिनकी सामने दिसे गोहु जेकी उपमा दोवे सो। और धन गुरु नानक देव जी के बराबर कोई है ही नहीं गा किसी चीज को समझाने वास्ते। ओदे वर्गी किसी होर वस्तु की उदाहरण दी जा सकती है
ਪਰ ਗੁਰੂ ਨਾਨਕ ਦੇ ਬਰਾਬਰ ਦਾ ਕੋਈ ਹੈ ਹੀ ਨਹੀਂ, ਮੈਂ ਜਿਹਦੀ ਤੁਹਾਨੂੰ ਬਰਾਬਰੀ ਕਰਕੇ ਸਮਝਾ ਦੇਵਾਂ ਵੀ ਨਾਨਕ ਇਹੋ ਜਿਹਾ ਹੈ। ਜੋ ਉਪਮੇ ਤਾਰ ਤਮ ਉਪਮਾ ਹੋਏ ਹਾਸੀ ਤੈ ਕਵ ਕੀ ਭਵਮਾ। ਔਰ ਜੇ ਜੋ ਉਪਮੈ ਜੋ ਉਪਮਾ ਤੋਂ ਰਹਿਤ ਹੈ, ਭਾਵ ਜਿਹਦੀ ਉਪਮਾ ਕੀਤੀ ਨਹੀਂ ਜਾ ਸਕਦੀ, ਜੇ ਮੈਂ ਉਹਦੀ ਉਪਮਾ ਕਰਾਂ ਤਾਂ ਮੇਰਾ ਦੁਨੀਆ ਮਜ਼ਾਕ ਉਡਾਵੇਗੀ, ਖਿੱਲੀ ਉਡਾਵੇਗੀ। ਕਿਉਂ ਮੈਂ ਹਾਸੀ ਉਡਾਵਾਂ ਆਪਣੀ? ਮੈਂ ਨਹੀਂ ਕਹਿ ਸਕਦਾ ਕਿ ਮੈਂ ਨਾਨਕ ਦਾ ਪੂਰਾ ਇਤਿਹਾਸ ਕਹਿ ਦਿੱਤਾ ਹੈ। ਸ਼੍ਰੀ ਨਾਨਕ ਜੋ ਹਮਰੇ ਸੁਆਮੀ, ਜੋਸ਼ ਸੋਸ ਹੈ ਅੰਤਰਜਾਮੀ। ਮੈਂ ਨਾਨਕ ਵਰਗਾ ਤਾਂ ਨਾਨਕ ਹੀ ਹੈ, ਜੋ ਹੈ ਸੋ ਹੈ, ਉਹਦੇ ਵਰਗਾ ਤਾਂ ਉਹ ਹੀ ਹੈ ਸਾਡਾ ਮਾਲਕ। ਕਹੇ ਵਧੇ ਨਾ ਘਟੇ ਘਟਾਏ, ਜਨਮ ਧਾਰ ਜੋ ਗੁਰੂ ਕਹਾਏ। ਜਿਹੜਾ ਜਨਮ ਲੈਣ ਤੋਂ ਪਹਿਲਾਂ ਹੀ ਗੁਰੂ ਹੈ, ਜਨਮ ਲੈਣ ਸਾਰ ਹੀ ਜਿਹੜਾ ਗੁਰਮਤਿ ਦੀਆਂ ਵਿਚਾਰਾਂ ਸੰਗਤਾਂ ਨੂੰ ਦੇ ਕੇ ਨਿਹਾਲ ਕਰਦਾ ਹੈ। ਕਹੇ ਵਧੇ ਨਾ ਘਟੇ ਘਟਾਏ, ਜੇ ਕੋਈ ਉਸ ਦੀ ਮਹਿਮਾ ਨੂੰ ਵਧਾਉਣਾ ਚਾਹੇ ਤੇ ਵਧਾ ਨਹੀਂ ਸਕਦਾ, ਘਟਾਉਣਾ ਚਾਹੇ ਤਾਂ ਘਟਾ ਨਹੀਂ ਸਕਦਾਗਾ। ਜਿਹੜੇ ਜਨਮ ਧਾਰ ਕੇ ਹੀ ਗੁਰੂ ਆਏ ਹਨ। ਵੇਦ ਰਚਾ ਜੋ ਸ਼ਬਦ ਸੋ ਕੀਨੇ, ਲੋਗਨ ਹਿਤ ਦੇਖੇ ਦੁਖ ਦੀਨੇ। ਗਰੀਬ ਅਤੇ ਦੁਖੀ ਲੋਕਾਂ ਦਾ ਦੁੱਖ ਵੇਖ ਕੇ ਉਹਨਾਂ ਨੇ ਵੇਦ ਸ਼ਰੂਤੀਆਂ ਰੂਪੀ ਸ਼ਬਦਾਂ ਦੀ ਰਚਨਾ ਕੀਤੀ। ਭਾਵ ਗੁਰਬਾਣੀ ਜਿਹੜੀ ਹੈ ਵੇਦਾਂ ਤੋਂ ਵੀ ਉੱਤਮ ਹੈ। ਭਾਈ ਸਾਹਿਬ ਦੀ ਜਿੰਨੀ ਕਮਤ ਹੈ ਉਨੀ ਕਹਿ ਸਕਦਾ ਨਾ। ਜਿਵੇਂ ਕਹਿੰਦੇ ਵੇਦਾਂ ਦੇ ਵਿੱਚ ਸ਼ਰੂਤੀਆਂ, ਵੇਦਾਂ ਦੇ ਵਿੱਚ ਸ਼ਬਦ ਰਚੇ ਗਏ ਹਨ, ਇਸੇ ਤਰ੍ਹਾਂ ਨਾਨਕ ਜੀ ਨੇ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਅਨੇਕਾਂ ਤਰ੍ਹਾਂ ਦੀ ਬਾਣੀ ਰਚਨਾ ਕੀਤੀ ਜੀ। ਕਰੀ ਕਾਲ ਮਤ ਮੰਦ ਵਿਸਾਲਾ, ਯਾਤੇ ਕਰੀ ਸੁਖੈਨ ਕਿਰਪਾਲਾ। ਔਰ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਵਿੱਚ ਇਹ ਵਾਧਾ ਹੈ ਕਿ ਵੇਦਾਂ ਦੀ ਹਰੇਕ ਨੂੰ ਸਮਝ ਨਹੀਂ ਆਉਂਦੀ। ਉਹ ਸੰਸਕ੍ਰਿਤ ਵਿੱਚ ਲਿਖੇ ਹੋਏ ਹੈ ਔਰ ਇਹ ਬ੍ਰਾਹਮਣ ਸਵਾਰਥੀ ਵੀ ਸੀਗੇ। ਬਈ ਜਿਹੜਾ ਵੇਦਾਂ ਦਾ ਗਿਆਨ ਹੈ ਨਾ, ਇਹ ਜਣੇ ਖਣੇ ਕੋਲ ਨਾ ਜਾ ਸਕੇ। ਕੇਵਲ ਸਾਡੇ ਬ੍ਰਾਹਮਣ ਪੁੱਤਰ ਹੀ ਇਹਨੂੰ ਪੜ੍ਹ ਸਕਣ ਤੇ ਵਿਚਾਰ ਸਕਣ, ਕਿਉਂਕਿ ਸੰਸਕ੍ਰਿਤ ਨੂੰ ਪਹਿਲਾਂ ਤਾਂ ਪੜ੍ਹਨਾ ਹੀ ਔਖਾ ਹੈ, ਫਿਰ ਉਹਨਾਂ ਨੂੰ ਸਮਝਣਾ ਔਖਾ ਹੈ। ਤੇ ਫਿਰ ਲਗਭਗ ਬ੍ਰਾਹਮਣ ਨੇ ਆਪਣੇ ਆਪ ਨੂੰ ਛੱਡ ਕੇ ਆਮ ਜਨਤਾ ਨੂੰ ਸ਼ੂਦਰ ਕਹਿ ਕੇ ਮੰਦਿਰਾਂ ਤੋਂ ਬਿਲਕੁਲ ਹੀ ਦੂਰ ਕਰਤਾ। ਜੀ ਭਗਤ ਨਾਮਦੇਵ ਜੀ ਵਰਗੇ ਅੰਦਰ ਜਾਂਦੇ ਨਾ ਗੁਰੂ ਪਿਆਰਿਓ, ਤਾਂ ਉਸ ਵੇਲੇ ਤਾਂ ਗੁਰੂ ਪਿਆਰਿਓ ਭਗਤ ਨਾਮ ਜੀ ਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਮੰਦਿਰ ਦੇ ਵਿੱਚੋਂ। ਕਾਰਨ ਇਹੀ ਹੈ ਵੀ ਕਿਤੇ ਇਹਨਾਂ ਨੂੰ ਵੇਦਾਂ ਦਾ ਗਿਆਨ ਨਾ ਹੋ ਜਾਵੇ। ਅਸਲ ਦੇ ਵਿੱਚ ਵੇਦਾਂ ਵਿੱਚ ਕੁਝ ਇਹੋ ਜੀਆਂ ਗੱਲਾਂ ਵੀ ਲਿਖੀਆਂ ਜਿਹੜੀਆਂ ਇੱਥੇ ਦੱਸਣ ਯੋਗ ਵੀ ਨਹੀਂ। ਸੰਸਕ੍ਰਿਤ ਵਿੱਚ ਹਰੇਕ ਪੜ੍ਹ ਵੀ ਨਹੀਂ ਸਕਦਾ, ਉਹਨਾਂ ਨੂੰ ਹੀ ਪਤਾ ਸੀ। ਤਾਂ ਗੁਰੂ ਨਾਨਕ ਜੀ ਦੇ ਜੀਵਨ ਵਿੱਚ ਇਹ ਵਾਧਾ ਹੈ ਕਿ ਉਹਨਾਂ ਨੇ ਜੋ ਗੱਲ ਸਾਨੂੰ ਦੱਸੀ ਆ ਉਹ ਸਾਡੀ ਭਾਸ਼ਾ 'ਚ ਦੱਸੀ ਆ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ, ਸਾਰਿਆਂ ਨੂੰ ਖੁੱਲੀ ਛੁੱਟੀ ਆ। 4 ਗੇਟ ਰੱਖਦੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ, ਮੈਂ ਜਿਹੜਾ ਮਰਜੀ ਆ ਕੇ ਦੇਖੇ, ਸਭ ਦੇ ਵਾਸਤੇ ਆ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਲੋਕਾਂ ਦੀ ਏਡੀ ਵੱਡੀ ਮੱਤ ਨਹੀਂ ਸੀ। ਜਾਤੇ ਕਰੇ ਸੁਖੈਨ ਕਿਰਪਾਲਾ, ਨਾਨਕ ਜੀ ਨੇ ਬਹੁਤ ਸੌਖੀ ਆਮ ਬੋਲੀ ਵਿੱਚ ਰਚਨਾ ਕੀਤੀ ਆਪਣੇ ਸ਼ਬਦਾਂ ਦੀ, ਆਪਣੇ ਗਿਆਨ ਦੀ, ਆਪਣੀਆਂ ਵਿਚਾਰਾਂ ਦੀ। ਜਿਸ ਤਰ੍ਹਾਂ ਕੋਈ ਜ਼ਿਮੀਂਦਾਰ ਖੂਹ ਲਾਉਂਦਾ ਖੇਤ ਵਿੱਚ ਤਾਂ ਉਹ ਕੇਵਲ ਤੇ ਕੇਵਲ ਆਪਣੀ ਖੇਤੀ ਛਿੰਝ ਸਕਦਾ। ਇਸ ਤਰ੍ਹਾਂ ਦੇ ਮਾਨੋ ਵੇਦ ਹਨ। ਭਾਵ ਬ੍ਰਾਹਮਣ ਵੇਦਾਂ ਰਾਹੀਂ ਕੇਵਲ ਆਪਦਾ ਕੰਮ ਸਾਰ ਸਕਦਾ। ਲੇਕਿਨ ਗੁਰੂ ਨਾਨਕ ਕੈਸਾ ਹੈ, ਜਿਵੇਂ ਬਾਰਿਸ਼ ਪੈਂਦੀ ਆ ਉਹ ਗਰੀਬ ਦੇ ਵੀ ਪੈ ਜਾਂਦੀ ਆ, ਅਮੀਰ ਦੇ ਵੀ ਪੈ ਜਾਂਦੀ ਆ, ਉਹ ਟਿੱਬਿਆਂ ਤੇ ਵੀ ਪੈ ਜਾਂਦੀ ਆ, ਟੋਇਆਂ ਵਿੱਚ ਵੀ ਪਾਣੀ ਪਹੁੰਚ ਜਾਂਦਾ। ਤਾਂ ਗੁਰੂ ਨਾਨਕ ਜੀ ਦਾ ਗਿਆਨ ਐਸਾ ਹੈ। ਦੋਹਰਾ ਨਿੰਦਕ ਜੇ ਨਿੰਦਾ ਕਰੈ, ਕੀਰਤ ਛੂਟ ਨਾ ਹੋਏ। ਜੇ ਕੋਈ ਚੰਦਰਮਾ ਤੇ ਥੁੱਕੇ ਤੇ ਕੀ ਥੁੱਕ ਚੰਦਰਮਾ ਤੱਕ ਪਹੁੰਚੇਗਾ? ਵਾਪਸ ਉਸੇ ਦੇ ਮੂੰਹ ਤੇ ਡਿੱਗੇਗਾ। ਜੇ ਕੋਈ ਨਿੰਦਕ ਚੁਗਲਖੋਰ ਨਾਨਕ ਦੀ ਸਿਫਤ ਨੂੰ ਛੋਟੀ ਕਰਨ ਦੀ ਕੋਸ਼ਿਸ਼ ਕਰਨ, ਜਿਵੇਂ ਹੰਧਾਲੀਏ ਨੇ ਕੀਤੀ ਸੀ, ਗੱਲ ਉਸੇ ਦੀ ਚੱਲ ਰਹੀ ਆ। ਜਿਵੇਂ ਹੰਧਾਲੀਏ ਦੇ ਇੱਕ ਬੱਚੇ ਨੇ ਕੋਸ਼ਿਸ਼ ਕੀਤੀ ਗੁਰੂ ਨਾਨਕ ਦੀ ਸਿਫਤ ਤੋਂ ਆਪਣੇ ਵੱਡੇ ਬਜ਼ੁਰਗਾਂ ਦੀ ਸਿਫਤ ਵਧਾ ਕੇ ਲਿਖ ਦਿੱਤੀ ਵਿਸਾਖੀ ਦੇ। ਫਿਰ ਅੱਗੇ ਚੱਲ ਕੇ ਭਾਈ ਸਾਹਿਬ ਜੀ ਹੋਰਾਂ ਨੇ ਵਿੱਚੋਂ ਉਹ ਗੱਲ ਕੱਢ ਦਿੱਤੀ ਆ, ਪਰ ਲੋਕਾਂ ਨੇ ਪੜ੍ਹੀ ਸੀ, ਇਸ ਕਰਕੇ ਸ਼ੰਕਾ ਕੀਤਾ ਵੀ ਅਸੀਂ ਏਦਾਂ ਪੜ੍ਹੀ, ਉਹ ਕਿਵੇਂ ਆ? ਤੇ ਫਿਰ ਉਹਨੇ ਸ਼ੰਕਾ ਵੀ ਨਿਵਰਤ ਕੀਤਾ ਵੀ ਇਹ ਹੰਧਾਲੀਆ ਚੌਥੇ ਪਾਤਸ਼ਾਹ ਦਾ ਸਿੱਖ ਹੋਇਆ ਹੈ। ਉਹ ਲੰਗਰ ਦੇ ਵਿੱਚ ਬੜੀ ਸੇਵਾ ਕਰਦਾ ਸੀਗਾ ਤੇ ਇੱਕ ਦਿਨ ਚੌਥੇ ਪਾਤਸ਼ਾਹ ਅਚਾਨਕ ਲੰਗਰ ਵਿੱਚ ਆ ਗਏ। ਉਸ ਵੇਲੇ ਉਹ ਆਟਾ ਗੁੰਨ ਰਿਹਾ ਸੀਗਾ
ਤੇ ਆਟਾ ਗੁੰਨਦਿਆਂ ਹੋਇਆ ਹੁਣ ਨਮਸਕਾਰ ਵੀ ਕਰਨੀ ਹੈ। ਗੁਰੂ ਸਾਹਿਬ ਸਾਹਮਣੇ ਆ ਗਏ ਤਾਂ ਇਹਨੇ ਆਟੇ ਨਾਲ ਲਿਬੜੇ ਹੱਥ ਉੱਪਰ ਕਰ ਲਏ, ਢੂਈ ਦੇ ਪਿੱਛੇ ਕਰ ਲਏ ਔਰ ਕੱਲਾ ਸਿਰ ਚਰਨਾਂ ਤੇ ਰੱਖ ਕੇ ਮੱਥਾ ਟੇਕਦਾ। ਪਾਤਸ਼ਾਹ ਖੁਸ਼ੀ ਚਾਹੇ ਕਹਿੰਦੇ ਤੇਰੇ ਵਰਗੇ ਵੀ ਹੋਣਗੇ ਸਾਡੇ ਸਿੱਖ ਜਿਹੜੇ ਏਦਾਂ ਹੀ ਮੱਥਾ ਟੇਕਿਆ ਕਰਨਗੇ। ਕਹੋ ਸਤਿਨਾਮ। ਤੋ ਹੰਡਾਲੀਏ ਨੂੰ ਪ੍ਰਵਾਨਿਤ ਕੀਤਾ ਚੌਥੇ ਪਾਤਸ਼ਾਹ ਨੇ, ਪਰ ਅੱਗੇ ਚੱਲ ਕੇ ਉਹਦੀ ਵੰਸ਼ ਦੇ ਕਿਸੇ ਮਨੁੱਖ ਨੇ ਆਪਣੀ ਮਨਮਤ ਵਿੱਚ ਫਸਾ ਦਿੱਤੀ ਔਰ ਗੁਰੂ ਨਾਨਕ ਦੇ ਇਤਿਹਾਸ ਵਿੱਚ ਆ ਕੇ ਉਹਦਾ ਇਤਿਹਾਸ ਲਿਖ ਦਿੱਤਾ। ਮੂਰਖ ਨੂੰ ਇਹ ਨਹੀਂ ਪਤਾ ਵੀ ਚੌਥੇ ਪਾਤਸ਼ਾਹ ਦੇ ਬਰਾਬਰ ਮੈਂ ਹੰਡਾਲੀਏ ਨੂੰ ਨਾਨਕ ਦੇ ਬਰਾਬਰ ਕਿਵੇਂ ਕਰ ਦੇਵਾਂਗਾ। ਕਹੋ ਸਤਿਨਾਮ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਜੇ ਕੋਈ ਨਿੰਦਿਆ ਕਰਕੇ ਨਾਨਕ ਦੀ ਸਿਫਤ ਨੂੰ ਛੋਟੀ ਕਰਨੀ ਚਾਹੇ ਤਾਂ ਨਹੀਂ ਹੋ ਸਕਦੀ। ਜਉ ਦੁਰਾਏ ਸੱਸ ਪਤਰ ਸੋ ਛਾਤਿਉ ਜਾਏ ਨਾ ਸੋਏ। ਜਿਵੇਂ ਕੋਈ ਚੰਦਰਮਾ ਨੂੰ ਪੱਤਿਆਂ ਨਾਲ ਲੁਕਾਉਣ ਦੀ ਕੋਸ਼ਿਸ਼ ਕਰੇ ਕਿਵੇਂ ਲੁਕ ਸਕਦਾ ਹੈ। ਚੌਪਈ ਜੋ ਰੱਬ ਕੋ ਉਲੂਕ ਮੁਖ ਨਿੰਦੈ ਅੰਧ ਹੋਏ ਨਿਜ ਲੋਚਨ ਮੁੰਦੈ। ਜੇ ਕੋਈ ਉੱਲੂ ਕਹੇ ਕਿ ਸੂਰਜ ਚੜ੍ਹਿਆ ਹੀ ਨਹੀਂਗਾ, ਸੂਰਜ ਦਾ ਰੋਸ਼ਨੀ ਹੈ ਨਹੀਂ, ਕਿ ਦੁਨੀਆ ਮੰਨ ਲਵੇਗੀ? ਹਾਂ, ਇਹ ਜ਼ਰੂਰ ਪਤਾ ਲੱਗ ਜਾਂਦਾ ਹੈ ਵੀ ਉੱਲੂ ਆਪ ਅੰਨਾ ਹੈ, ਉਹਨੂੰ ਦਿਸਦਾ ਨਹੀਂ ਹੈ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਜਦੋਂ ਕੋਈ ਮਨੁੱਖ ਗਿਆਨ ਨਾ ਹੋਵੇ ਪਰ ਗਿਆਨ ਦੀਆਂ ਵਿੱਚ ਲੱਤਾਂ ਡਾਵੇ ਤਾਂ ਉਹ ਘੱਟੋ ਘੱਟ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ ਕਿ ਮੈਨੂੰ ਕਿੰਨਾ ਕੁ ਗਿਆਨ, ਉਹ ਦੁਨੀਆ ਜ਼ਾਹਰ ਹੋ ਜਾਂਦਾ। ਇਸੇ ਤਰ੍ਹਾਂ ਹੀ ਉੱਲੂ ਜੇ ਕਹੇ ਕਿ ਸੂਰਜ ਹੈ ਹੀ ਨਹੀਂ, ਉਹ 'ਚ ਰੋਸ਼ਨੀ ਹੈ ਨਹੀਂ, ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉੱਲੂ ਅੰਨਾ ਹੈ। ਜਿਹੜਾ ਨਾਨਕ ਦੀ ਨਿੰਦਿਆ ਕਰਦਾ ਹੈ ਉਹ ਇਹ ਸਮਝਿਆ ਜਾ ਸਕਦਾ ਹੈ ਕਿ ਇਸ ਮੂਰਖ ਨੂੰ ਨਾਨਕ ਦੇ ਬਾਰੇ ਕੀ ਪਤਾ ਹੈ। ਮਾਰ ਤਨ ਕਟ ਹੋਏ ਨਾ ਜਾਏ ਦੀਪਤ ਸਭ ਲੋਕਨ ਸੁਖਦਾਏ। ਉੱਲੂ ਦੇ ਕਹਿਣ ਤੇ ਸੂਰਜ ਕਿਤੇ ਘਟਦਾ ਥੋੜਾ ਹੀ ਆ, ਸੂਰਜ ਤਾਂ ਉੱਡਾ ਹੀ ਰਹਿਣਾ। ਇਸੇ ਤਰ੍ਹਾਂ ਇਸ ਉੱਲੂਆਂ ਵਰਗੇ ਲੋਕ ਨਿੰਦਕ ਚੁਗਲਖੋਰ ਜੇ ਨਾਨਕ ਜੀ ਦੀ ਸਿਫਤ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਹੀਂ ਘਟੇਗੀ। ਕਿਉ ਨਾਨਕ ਕੀਰਤ ਪ੍ਰਕਾਸ਼ੇ ਦੀਪਤ ਜਹਾਂ ਤੈ ਨਿੰਦਕ ਨਾਸ਼ੇ। ਇਸੇ ਤਰ੍ਹਾਂ ਹੀ ਨਾਨਕ ਜੀ ਦੀ ਸਿਫਤ ਭਾਈ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਉਹਨੂੰ ਕੌਣ ਘਟਾ ਸਕਦਾ ਹੈ। ਆਸ਼ਰਮ ਵਰਣ ਚਤੁਰ ਵਿਸਤਾਰਾ ਸ੍ਰੀ ਗੁਰ ਕੀ ਕੀਰਤ ਕਰੇ ਉਚਾਰਾ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਚਾਰੇ ਵਰਨਾਂ ਦੇ ਵਾਸਤੇ ਸਾਂਝੀ ਗੱਲ ਕੀਤੀ ਹੈ। ਜੇ ਮੁਸਲਮਾਨ ਮਿਲਿਆ ਤੇ ਉਹਨੂੰ ਵੀ ਗਿਆਨ ਦਿੱਤਾ ਕਿ ਤੇਰੀਆਂ ਨਵਾਜ਼ਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ। ਪਹਿਲੀ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ। ਤਾਂ ਕਹਿਣ ਲੱਗੇ ਜੇ ਇਹ ਤੇਰੇ ਵਿੱਚ ਗੁਣ ਆ ਗਏ ਤਾਂ ਤੇਰੀਆਂ ਨਵਾਜ਼ਾਂ ਪ੍ਰਵਾਨ ਹੈ, ਜੇ ਤੇਰੇ ਵਿੱਚ ਗੁਣ ਨਹੀਂ ਤਾਂ ਤੇਰੀਆਂ ਨਵਾਜ਼ਾਂ ਝੂਠੀਆਂ। ਤਾਂ ਇਸੇ ਤਰ੍ਹਾਂ ਹੀ ਜੇ ਕੋਈ ਬ੍ਰਾਹਮਣ ਟੱਕਰਿਆ ਉਹਨੂੰ ਵੀ ਗਿਆਨ ਦਿੱਤਾ ਔਰ ਉਹਦੀ ਗੱਲ ਵੀ ਉਹਦੇ ਮੂੰਹ ਤੇ ਕਹਿ ਦਿੱਤੀ ਹੈ। ਬ੍ਰਾਹਮਣ ਨਾਵੇ ਜੀਆਂ ਘਾਏ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬਾਂਦੇ, ਤਿੰਨੇ ਹੀ ਸੰਸਾਰ ਨੂੰ ਉਜਾੜਨ ਤੇ ਲੱਗੇ ਹੋਏ ਐ। ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗੈਨ ਬੈਠੇ ਸੁੱਤੇ। ਪ੍ਰੀਤਮ ਨੇ ਰਾਜਿਆਂ ਦੇ ਮੂੰਹ ਤੇ ਕਿਹਾ, ਬਾਬਰ ਨੂੰ ਜਾਬਰ ਕਿਹਾ, ਏਤੀ ਮਾਰ ਪਈ ਕੋ ਲਾਣੇ ਤੈਂ ਕੀ ਦਰਦ ਨਾ ਆਇਆ, ਤੈਨੂੰ ਦਇਆ ਨਹੀਂ ਹੈਗੀ ਭੁਰਾ, ਇੰਨੇ ਲੋਕਾਂ ਦਾ ਕਤਲੇਆਮ ਕੀਤਾ ਹੈ। ਤੁਰਕ ਸਭੇ ਤੁਰਕਨ ਕੇ ਪੀਰੂ ਜਾਣੇ ਨਾਨਕ ਗੁਣੀ ਗਹੀਰੂ। ਔਰ ਗੁਰੂ ਪਿਆਰੋ ਸਾਰੇ ਮੁਸਲਮਾਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਮੰਨਦੇ ਹਨ। ਕਲਾ ਬਾਣ ਸਿੱਧਨਾਥ ਜੀ ਜੈਤ ਹੈ ਸ੍ਰੀ ਗੁਰ ਕੀਰਤ ਪੂਰਨ ਸਭ ਮੈਂ। ਜੇ ਗੋਰਖਨਾਥ ਵਰਗਿਆਂ ਦੀ ਗੱਲ ਕਰੀਏ ਤੇ ਅਖੀਰ ਤੇ ਜਾ ਕੇ ਉਹਨਾਂ ਨੂੰ ਵੀ ਕਹਿਣਾ ਪਿਆ, ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਆਖਣ ਸਭ ਜਗਤ ਦੇ। ਧੰਨ ਨਾਨਕ ਤੇਰੀ ਵੱਡੀ ਕਮਾਈ ਵਾਖਿਆ ਤੈਨੂੰ ਕੋਈ ਨਹੀਂ ਜਿੱਤ ਸਕਦਾ। ਜੈ ਲੈ ਹੈ ਵਿਸਤ੍ਰਤ ਸਭ ਅਵਨੀ ਸਰਬ ਥਾਨ ਮੈਂ ਕੀਰਤ ਰਵਣੀ। ਆ ਜਿੱਥੋਂ ਤੱਕ ਇਹ ਧਰਤੀ ਹੈ, ਧਰਤੀ ਤੋਂ ਅਖੀਰ ਤੇ ਜਾ ਕੇ ਚਾਰ ਛਪੇਰੇ ਪਾਣੀ ਆ ਜਾਂਦਾ। ਧਰਤੀ ਦੇ ਹੇਠਾਂ ਵੀ ਪਾਣੀ ਹੈ, ਪਾਣੀ ਉੱਤੇ ਧਰਤੀ ਰੱਖੀ ਹੋਈ ਹੈ। ਜਿੱਥੇ ਜਾ ਕੇ ਸੰਸਾਰ ਭਰ ਦੀ ਧਰਤੀ ਖਤਮ ਹੋ ਜਾਂਦੀ ਹੈ ਉੱਥੋਂ ਤੱਕ ਬਾਬੇ ਨਾਨਕ ਦੀ ਸਿਫਤ ਫੈਲੀ ਹੋਈ ਆ। ਤੋਰੇ ਉਤੇ ਮੁਵਾਸ ਮੁਕਾਮਾ ਸਭ ਉਪਰ ਰਾਜਤ ਅਭਿਰਾਮਾ। ਧੰਨ ਗੁਰੂ ਨਾਨਕ ਜੀ ਨੇ ਸਾਰੇ ਆਕੀ ਲੋਕਾਂ ਦੇ ਘਮੰਡ ਤੋੜੇ। ਜਿਹੜੇ ਆਕੀ ਹੋਏ ਸਨ ਨਾਨਕ ਜੀ ਤੋਂ, ਸੰਸਾਰ ਤੋਂ, ਪਰਮੇਸ਼ਰ ਤੋਂ, ਉਹਨਾਂ ਦੇ ਹੰਕਾਰ ਦੂਰ ਕਰਕੇ ਉਹਨਾਂ ਦੇ ਉੱਤੇ ਨਾਨਕ ਜੀ ਦੀ ਸਿਫਤ ਅੱਜ
ਸੁਭਾਏ ਮਾਨ ਹੈ, ਭਾਵ ਸਾਰੇ ਮੰਨਦੇ ਹੈ। ਜਿਵੇਂ ਕਬਿਤ ਖੁਰਾਸਾਨ ਕਾਬਲ ਕੰਧਾਰੋ ਮੈਂ ਕੇਵੜਾ ਸੀ। ਤਾਂ ਗੁਰੂ ਪਿਆਰਿਓ, ਜਿਹੜਾ ਕੰਧਾਰ ਦਾ ਖੁਰਾਸਾਨ, ਕਾਬਲ ਕੰਧਾਰ, ਇਹਨਾਂ ਸ਼ਹਿਰਾਂ ਦੇ ਵਿੱਚ ਵੀ ਨਾਨਕ ਦੀ ਸਿਫਤ ਫੈਲੀ ਹੋਈ ਆ। ਜਿਸ ਤਰ੍ਹਾਂ ਗੁਰੂ ਪਿਆਰਿਓ ਬੜੀ ਕੰਧਾਰੀ ਹੋਇਆ, ਉਸ ਇਲਾਕੇ ਵਿੱਚ ਕੰਧਾਰ ਦੇ ਇਲਾਕੇ 'ਚ ਗਏ ਆ, ਇੱਕ ਪਹਾੜ ਦੀ ਪੈਰਾਂ 'ਚ ਬੈਠੇ ਆ ਤੇ ਮਰਦਾਨਾ ਕਹਿੰਦਾ ਪਾਣੀ ਪੀਣਾ ਸੀਗਾ। ਮਹਾਰਾਜ ਕਹਿਣ ਲੱਗੇ ਪਹਾੜ ਤੇ ਇੱਕ ਸਾਧੂ ਬੈਠਾ, ਉਹਦੇ ਕੋਲੇ ਜਾ ਕੇ ਪੀਆ। ਭਾਈ ਮਰਦਾਨਾ ਉੱਪਰ ਗਏ ਤੇ ਉਸ ਨੂੰ ਜਾ ਕੇ ਕਿਹਾ ਬਾਬਾ ਜੀ ਥੋੜਾ ਜਲ ਚਾਹੀਦਾ। ਉਹ ਤੂੰ ਕੌਣ ਹੈ? ਕਹਿੰਦਾ ਮੈਂ ਉਹ ਨਨਕਾਣਾ ਸਾਹਿਬ ਤਲਵੰਡੀ ਵਾਲੇ ਨਾਨਕ ਦਾ ਸੇਵਕ ਹਾਂ। ਮਰਾਸੀ ਮਰਦਾਨਾ, ਓਏ ਤੂੰ ਮੁਸਲਮਾਨ ਹੋ ਕੇ ਹਿੰਦੂਆਂ ਦਾ ਚੇਲਾ ਬਣਿਆ ਫਿਰਦਾ? ਕਿਉਂਕਿ ਬੜੇ ਤਵਸਵੀ ਸੀ ਇਹ ਲੋਕ। ਜਾ ਮੈਂ ਨਹੀਂ ਪਾਣੀ ਪਿਆਉਂਦਾ। ਮਰਦਾਨਾ ਥੱਲੇ ਮੁੜਿਆ, ਕਹਿੰਦਾ ਜੋ ਤਾਂ ਇਦਾਂ ਬੋਲਦਾ, ਬੜਾ ਹੰਕਾਰੀ ਬੰਦਾ ਲੱਗਦਾ। ਕਹਿੰਦੇ ਕੋਈ ਨਹੀਂ ਮਰਦਾਨੇ, ਇੱਕ ਵਾਰੀ ਫੇਰ ਜਾ, ਪਾਣੀ ਤਾਂ ਉਹਦੇ ਵੇਖਣਾ ਉੱਤੇ ਪਹਾੜ ਦੇ ਕੁੰਡ ਭਰਿਆ ਪਿਆ, ਉਹਨੂੰ ਕਹਦੇ ਘੁੱਟ ਪਾਣੀ ਪਿਆ ਦੇ ਯਾਰ, ਕਿਹੜੀ ਖਾਸ ਗੱਲ ਹੈ। ਮਰਦਾਨਾ ਫੇਰ ਗਿਆ, ਕਹਿਣ ਲੱਗਿਆ ਬਾਬਾ ਜੀ ਥੋੜਾ ਪਾਣੀ ਪੀਣਾ, ਪਿਆ ਦਿਓ, ਤੁਹਾਨੂੰ ਕੀ ਫਰਕ ਪੈਂਦਾ? ਕਹਿੰਦਾ ਨਹੀਂ ਪਿਆਉਣਾ ਯਾਰ, ਤੂੰ ਮਰਾਸੀ ਮੁਸਲਮਾਨ ਹੋ ਕੇ ਹਿੰਦੂ ਸਿੱਖ ਪੀਰ ਦਾ ਚੇਲਾ ਬਣਿਆ ਫਿਰਦਾ, ਮੈਂ ਨਹੀਂ ਪਿਆਉਂਦਾ। ਮਰਦਾਨਾ ਥੱਲੇ ਆ ਗਿਆ। ਜਦ ਥੱਲੇ ਆਇਆ ਤੇ ਕਹਿਣ ਲੱਗਿਆ ਮਹਾਰਾਜ ਤੁਸੀਂ ਮੈਨੂੰ ਇੱਥੇ ਪਾਣੀ ਪਿਆ ਦਿਓ। ਕਾਹਨੂੰ ਮੈਂ ਚੱਕਰ 'ਚ ਪਾਇਆ, 5 ਵਾਰੀ ਉੱਤੇ ਚੜ੍ਹਨਾ ਉਤਰਨਾ ਕਿਤੇ ਸੌਖਾ ਜਿਹਾ ਕੰਮ ਹੈ। ਤੀਜੀ ਵਾਰ ਪਾਤਸ਼ਾਹ ਨੇ ਫੇਰ ਕਿਹਾ ਜਾ, ਕਹਿੰਦਾ ਮੈਂ ਨਹੀਂ ਜਾਂਦਾਗਾ। ਤਾਂ ਗੁਰੂ ਪਿਆਰੋ ਸਤਿਗੁਰਾਂ ਦੇ ਹੱਥ ਵਿੱਚ ਇੱਕ ਸੋਟਾ ਜਿਹਾ ਸੀਗਾ ਤੇ ਉਸ ਪਹਾੜ ਦੀ ਜੜ 'ਚ ਮਾਰਿਆ ਤੇ ਉੱਥੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਉਹ ਪੀਰ ਉੱਤੋਂ ਵੇਖਦਾ ਥੱਲੇ ਬੈਠਿਆਂ ਨੂੰ, ਪਹਾੜ ਦੀ ਜੜ 'ਚ ਕੀ ਵੇਖਦਾ ਕਿ ਥੱਲੇ ਪਾਣੀ ਵਗ ਰਿਹਾ ਤੇ ਭੱਜ ਕੇ ਕੁੰਡ ਕੋਲੇ ਗਿਆ ਤੇ ਕੁੰਡ ਖਾਲੀ ਹੋ ਗਿਆ। ਕੋਈ ਸਤਿਨਾਮ, ਹੰਕਾਰ ਹੋਇਆ ਤੇ ਉੱਤੋਂ ਗੁਰੂ ਪਿਆਰੋ ਇਸ ਨੇ ਇੱਕ ਪੱਥਰ ਵੱਡਾ ਸਾਰਾ ਵਗਾ ਦਿੱਤਾ। ਮਰਦਾਨਾ ਕਹਿੰਦਾ ਮਰ ਗਏ ਬਾਬਾ, ਆ ਪਹਾੜ ਹੀ ਆ ਗਿਆ ਉੱਤੇ ਮਾਰੂਗਾ। ਕਹਿੰਦੇ ਕੋਈ ਨਹੀਂ ਆ ਜਾਣ ਦੇ। ਔਰ ਗੁਰੂ ਪਿਆਰੋ ਧੰਨ ਗੁਰੂ ਨਾਨਕ ਜੀ ਨੇ ਹੱਥ ਕਰਕੇ ਉਸ ਪਹਾੜ ਨੂੰ ਉੱਤੇ ਹੀ ਰੋਕ ਦਿੱਤਾ। ਜਿੱਥੇ ਰੋਕਿਆ ਮੋਮ ਦੀ ਤਰ੍ਹਾਂ ਉੱਥੇ ਹੀ ਜੰਮ ਗਿਆ। ਔਰ ਉਸ ਪਹਾੜ ਦੇ ਵਿੱਚ ਗੁਰੂ ਪਿਆਰੋ ਸਤਿਗੁਰਾਂ ਦਾ ਪੰਜਾ ਵੀ ਖੁੱਭ ਗਿਆ। ਉਹ ਪਹਾੜ ਵੀ ਕੋਮਲ ਹੋ ਗਿਆ, ਪੱਥਰ ਵੀ ਨਾਨਕ ਦੇ ਸਾਹਮਣੇ ਕੋਮਲ ਹੋ ਗਏ, ਉਹ ਕੌੜੇ ਰੀਠੇ ਵੀ ਨਾਨਕ ਦੇ ਸਾਹਮਣੇ ਮਿੱਠੇ ਹੋ ਗਏ। ਗੁਰੂ ਪਿਆਰਿਓ, ਇਹ ਨਾਨਕ ਦੀ ਪਾਵਰ ਹੀ ਐਸੀ ਹੈ। ਇਸ ਕਰਕੇ ਮੁੜ ਕੇ ਉਹ ਬੜੀ ਕੰਧਾਰੀ ਥੱਲੇ ਉਤਰ ਕੇ ਆਇਆ, ਫਿਰ ਮਾਫੀਆਂ ਮੰਗਦਾ ਹੈ। ਖੈਰ ਕਹਿਣ ਤੋਂ ਭਾਵ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਖੁਰਾਸਾਨ, ਕਾਬਲ, ਕੰਧਾਰ ਆਦਿ ਜਿੱਥੇ ਜਿੱਥੇ ਗਏ ਉੱਥੇ ਉੱਥੇ ਉਹਨਾਂ ਦੀ ਸਿਫਤ ਅੱਜ ਵੀ ਕੇਵੜੇ ਸੀ। ਕੇਵੜਾ ਕਹਿੰਦੇ ਆ ਸੈਂਟ ਨੂੰ। ਪੁਰਾਣੇ ਸਮਿਆਂ 'ਚ ਅਖੰਡ ਪਾਠ ਘਰਾਂ 'ਚ ਕਰਦੇ ਸੀ ਨਾ, ਉੱਤੇ ਕੇਵੜੇ ਸੀਸੀ ਆਉਂਦੀ ਸੀ, ਉਹਨੂੰ ਸੈਂਟ ਹੁੰਦਾ ਸੀ। ਉਹ ਤੋ ਨਾਨਕ ਜੀ ਦੀ ਸਿਫਤ ਜਿਹੜੀ ਆ ਸੈਂਟ ਦੀ ਨਿਆਈ ਦੁਨੀਆ ਵਿੱਚ ਫੈਲੀ ਹੋਈ ਆ। ਮਦ ਮੁਲਤਾਨ ਹੁਕੇ ਮਾਲਤੀ ਸੀ ਫੁਲਿਆ। ਔਰ ਮੁਲਤਾਨ ਦੇ ਵਿੱਚ ਵੀ ਮਾਲਤੀ ਦੇ ਫੁੱਲਾਂ ਦੀ ਖੁਸ਼ਬੂ ਵਾਂਗੂ ਫੈਲੀ ਹੋਈ ਆ। ਨਾਨਕ ਜੀ ਮੁਲਤਾਨ 'ਚ ਗਏ, ਮੁਲਤਾਨ ਵਿੱਚ ਸਾਰੇ ਹੀ ਆਪਣੇ ਆਪ ਨੂੰ ਪੀਰ ਤੇ ਬ੍ਰਹਮ ਗਿਆਨੀ ਸਮਝਦੇ ਸਨ। ਔਰ ਗੁਰੂ ਪਿਆਰੋ ਜਿਹਦੇ ਜਾ ਕੇ ਬੈਠ ਕੇ ਪਿੰਡ ਵਾਲੇ ਲੋਕ ਇਹਨਾਂ ਕੋਲੇ ਆ ਕੇ ਬੈਠਣ, ਗੱਲਾਂ ਬਾਤਾਂ ਚੱਲ ਪਈਆਂ। ਉਹਨਾਂ ਮੁਲਤਾਨ ਦੇ ਪੀਰਾਂ ਨੂੰ ਹੰਕਾਰ ਹੋ ਗਿਆ, ਈਰਖਾ ਹੋਈ ਵੀ ਇਹ ਨਵਾਂ ਸਾਧ ਕਿੱਥੋਂ ਸਾਡੇ ਇਲਾਕੇ 'ਚ ਆ ਗਿਆ। ਇਹ ਸਾਰੇ ਲੋਕ ਇਹਦੀਆਂ ਗੱਲਾਂ ਸੁਣ ਰਹੇ ਨੇ। ਤਾਂ ਉਹਨਾਂ ਨੇ ਚਰਚਾ ਕੀਤੀ ਕਾਫੀ। ਨਾਨਕ ਜੀ ਨੇ ਸਹੀ ਸਹੀ ਜਵਾਬ ਦਿੱਤੇ। ਹਾਰਦੇ ਦਿਸੇ ਤਾਂ ਉਹਨਾਂ ਨੇ ਗੁਰੂ ਪਿਆਰਿਓ ਇੱਕ ਕੌਲਾ ਦੁੱਧ ਦਾ ਛੰਨਾ ਭਰ ਕੇ ਮੁੜੇ ਕਿਨਾਰਿਆਂ ਵਾਲਾ ਲਿਆ ਕੇ ਮੂਹਰੇ ਧਰਤਾ। ਭਾਵ ਸਵਾਲ ਕੀਤਾ ਹੈ ਕਿ ਸਾਡਾ ਮੁਲਤਾਨ ਦੇ ਵਿੱਚ ਬਥੇਰੇ ਪੀਰ ਹੈ, ਤੂੰ ਇੱਥੇ ਕਿੱਥੇ ਟਿਕੇਗਾ? ਤੈਨੂੰ ਅਸੀਂ ਟਿਕਣ ਨਹੀਂ ਦੇਣਾਗਾ। ਨਾਨਕ ਜੀ ਕਹਿੰਦੇ ਮੈਂ ਤਾਂ ਕਿਸੇ ਨੂੰ ਦੁੱਖ ਹੀ ਨਹੀਂ ਦੇਣਾ ਭਾਈ। ਭਾਵ ਉਹਨਾਂ ਨੇ ਗੁਪਤ ਸਵਾਲ ਕੀਤਾ ਹੈ, ਨਾਨਕ ਜੀ ਨੇ ਗੁਪਤ ਜਵਾਬ ਕੀਤਾ। ਖਿੱਸੇ ਦੇ ਵਿੱਚੋਂ ਇੱਕ ਗੁਰੂ ਪਿਆਰਿਓ ਫੁੱਲ ਕੱਢਿਆ, ਚੰਬੇਲੀ ਦਾ ਛੋਟਾ ਜਿਹਾ, ਔਰ ਫੁੱਲ ਕੱਢ ਕੇ ਬੋਝ ਕੇ ਛੰਨੇ ਤੇ ਰੱਖ ਦਿੱਤਾ। ਉਹ ਫੁੱਲ ਵੀ ਟੇਗਿਆ ਤੇ ਦੁੱਧ ਵੀ ਡੁੱਲਿਆ। ਕਹਿੰਦੇ ਅਸੀਂ ਤਾਂ ਏਦਾਂ ਹੀ ਟੱਪ ਜਾਣਾ ਹੈ। ਅੱਜ ਤੱਕ ਮੁਲਤਾਨ ਦੇ ਲੋਕ ਬਾਬੇ ਨਾਨਕ ਨੂੰ ਮੰਨਦੇ ਹਨ। ਮੱਕੇ ਮੇ ਮਦਾਰਸੇ ਮਦੀਨੇ ਹੈ ਮਿਆਂਕ ਸਮ। ਇਸੇ ਤਰ੍ਹਾਂ ਹੀ ਮੱਕੇ ਦੇ ਵਿੱਚ ਵੀ ਧੰਨ ਗੁਰੂ ਨਾਨਕ ਜੀ ਦੀ ਉਜਲ ਸਿਫਤ ਸਲਾਹ ਹੋ ਰਹੀ ਹੈ। ਸਫੈਦ ਚਿੱਟੇ ਫੁੱਲ ਵਰਗੀ ਭਾਵ ਨਿਰਮਲ ਸਿਫਤ ਹੋ ਰਹੀ ਹੈ। ਇਸੇ ਤਰ੍ਹਾਂ ਮਦੀਨੇ ਦੇ ਵਿੱਚ ਵੀ
ਪੂਰਨਮਾਸ਼ੀ ਦੇ ਚੰਦਰਮਾ ਵਾਂਗੂ ਚਮਕ ਰਹੇ ਨੇ। ਕੰਬ ਜੈਸੀ ਕਾਸ਼ਮੀਰ ਭਰੀ ਬੰਦ ਝੂਲੀਆ। ਔਰ ਕਸ਼ਮੀਰ ਦੇ ਇਲਾਕੇ ਵਿੱਚ ਵੀ ਗਏ ਹਨ, ਉੱਥੇ ਵੀ ਨਾਨਕ ਜੀ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ। ਪਾਰਦਸੀ ਬਗਦਾਦ ਨਾਰਦਸੀ ਭਖਰਾਦ। ਕਹਿਣ ਲੱਗੇ ਪਾਰ ਕਹਿੰਦੇ ਆ ਪਾਰੇ ਨੂੰ, ਪਾਰਾ ਵੀ ਚਿੱਟਾ ਹੁੰਦਾ ਹੈ, ਪਾਰੇ ਵਰਗੀ ਚਿੱਟੀ ਨਿਰਮਲ ਸਿਫਤ ਨਾਨਕ ਜੀ ਦੀ ਬਗਦਾਦ ਵਿੱਚ ਵੀ ਲੋਕ ਅੱਜ ਯਾਦ ਕਰਦੇ ਆ। ਕਿਉਂਕਿ ਜਦ ਬਗਦਾਦ ਵਿੱਚ ਗਏ ਤਾਂ ਇੱਕ ਨਦੀ ਤੇ ਇਸ਼ਨਾਨ ਕਰ ਰਹੇ ਸੀ ਤੇ ਗਾ ਰਹੇ ਸੀ, ਪਾਤਾਲਾ ਪਾਤਾਲ ਲੱਖੀ ਆਗਾਸਾਂ ਆਗਾਸ, ਓੜ ਕੇ ਭਾਲ ਥੱਕੇ ਵੇਦ ਕਹਿ ਇੱਕ ਬਾਤ। ਅਸਲ ਵਿੱਚ ਬਾਬਾ ਨਾਨਕ ਜੀ ਨਹਾਉਂਦੇ ਹੋਏ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ ਤੇ ਜਿਸ ਵੇਲੇ ਪਾਤਸ਼ਾਹ ਜੀ ਇਹ ਗਾ ਰਹੇ ਸੀ ਤੇ ਉੱਥੇ ਬਗਦਾਦ ਦੇ ਪੀਰ ਦਾ ਇੱਕ ਚੇਲਾ ਆਇਆ, ਉਹਨੇ ਬਚਨ ਸੁਣੇ, ਪਤਾਲਾ ਪਤਾਲ ਲੱਖ ਆਗਾਸਾਂ ਆਗਾਸ। ਇਹ ਕਿਵੇਂ ਹੋ ਸਕਦਾ ਹੈ? ਸਾਡੇ ਮੁਹੰਮਦ ਸਾਹਿਬ ਦੇ 7 ਪਤਾਲ ਤੇ 7 ਆਕਾਸ਼ ਬੰਨੇ ਹਨ, ਇਹ ਕਹਿ ਰਹੇ ਹੈ ਬੇਅੰਤ ਹੈ, ਕੋਈ ਅੰਤ ਹੀ ਨਹੀਂ ਹੈ, ਇਹ ਝੂਠ ਬੋਲਦਾ, ਸਾਡੇ ਇਲਾਕੇ ਵਿੱਚ ਝੂਠ ਫੈਲਾਵੇਗਾ। ਉਹਨੇ ਜਾ ਕੇ ਆਪਦੇ ਗੁਰੂ ਕੋਲੇ ਪੀਰ ਕੋਲੇ ਗੱਲ ਕੀਤੀ। ਇੱਕ ਜੀ ਕਾਫਰ ਫਕੀਰ ਆਪਣੇ ਇਲਾਕੇ ਚ ਆਇਆ, ਕਿੰਨਾ ਝੂਠ ਬੋਲ ਰਿਹਾ ਹੈ, ਕਹਿੰਦਾ ਬਹੁਤ ਪਤਾਲ ਬਹੁਤ ਆਕਾਸ਼ ਹੈ, ਲੱਭਣ ਵਾਲੇ ਥਾਗੇ ਪਰ ਮੁੱਕੇ ਨਹੀਂ। ਪੀਰ ਕਹਿੰਦਾ ਏਡਾ ਵੱਡਾ ਝੂਠ ਸਾਡੇ ਮੁਹੰਮਦ ਸਾਹਿਬ ਦੀ ਗੱਲ ਕੱਟ ਰਿਹਾ ਹੈ, ਉਹ 7 ਪਤਾਲ ਤੇ 7 ਆਕਾਸ਼ ਮੰਨਦੇ ਆ, ਸਾਡੀ ਕੁਰਾਨ ਦੇ ਵਿੱਚ 7 ਪਤਾਲ 7 ਆਕਾਸ਼ ਲਿਖੇ ਨੇ। ਚਲੋ ਐਸੇ ਝੂਠੇ ਨੂੰ ਸੰਗੇ ਸਾਰ ਕੀਤਾ ਜਾਵੇ। ਆਪਣੇ ਚੇਲਿਆਂ ਨੂੰ ਪੱਥਰ ਚਕਾਏ, ਨਾਲ ਆਪ ਚੱਲ ਪਿਆ ਔਰ ਨਾਨਕ ਜੀ ਵੱਲ ਆ ਗਏ, ਨਦੀ ਦੇ ਕਿਨਾਰੇ ਤੇ ਪਹੁੰਚ ਗਏ। ਚੇਲਿਆਂ ਨੂੰ ਕਹਿੰਦਾ ਮਾਰੋ ਪੱਥਰ ਇਹਦੇ। ਉਹਨਾਂ ਨੇ ਏਦਾਂ ਬਾਂਹ ਚੱਕੀ, ਨਾਨਕ ਜੀ ਕਹਿੰਦੇ ਏਕ ਓਂਕਾਰ। ਜਿਸ ਵੇਲੇ ਨਾਨਕ ਜੀ ਨੇ ਗੁਰੂ ਪਿਆਰਿਓ ਏਦਾਂ ਕਿਹਾ ਤੇ ਉਹਨਾਂ ਦੀਆਂ ਬਾਹਾਂ ਇੱਥੇ ਹੀ ਆਕੜ ਗਈਆਂ, ਚੱਲੀਆਂ ਨਹੀਂ, ਬਾਹਾਂ ਆਕੜ ਗਈਆਂ, ਹੱਥਾਂ 'ਚ ਫੜੇ ਪੱਥਰ ਰਹਿ ਗਏ, ਸਰੀਰ ਵੀ ਲੱਕੜ ਵਾਂਗੂ ਬਣ ਗਏ, ਹੱਲਣ ਜੋਗੇ ਨਾ ਰਹੇ। ਕੇਵਲ ਬਗਦਾਦ ਦਾ ਪੀਰ ਹੀ ਹੱਲਣ ਜੋਗਾ ਰਿਹਾ, ਗੱਲ ਕਰਨ ਜੋਗਾ ਰਿਹਾ। ਉਹ ਕਹਿੰਦਾ ਇਹ ਕੀ ਕੀਤਾ ਨਾਨਕ? ਸੁਨ ਮੁਨ ਨਗਰੀ ਭਾਈ ਗੁਰਦਾਸ ਨੇ ਉਹ ਕਹਾਣੀ ਆਪਣੀ ਪੌੜੀ ਵਿੱਚ ਲਿਖ ਦਿੱਤੀ ਹੈ। ਤਾਂ ਸਾਰੀ ਨਗਰੀ ਸੁਨ ਮੁਨ ਹੋ ਗਈ ਆ, ਬੋਲਣ ਜੋਗੀ ਨਹੀਂ ਰਹੀ। ਪੀਰ ਪੁੱਛਦਾ ਇਹ ਕੀ ਕੀਤਾ? ਨਾਨਕ ਜੀ ਕਹਿੰਦੇ ਤੂੰ ਸਾਡੇ ਤੇ ਪੱਥਰ ਮਾਰਨ ਆਇਆ ਸੀਗਾ, ਤੂੰ ਗੱਲ ਕਰ, ਕੀ ਗੱਲ ਹੈ? ਕਹਿੰਦੇ ਤੂੰ ਕਿਹਾ ਪਤਾਲਾ ਪਤਾਲ ਲੱਖ ਆਗਾਸਾਂ ਆਗਾਸ। ਕਹਿੰਦੇ ਹਾਂ, ਸਾਡਾ ਮੁਹੰਮਦ ਸਾਹਿਬ ਤਾਂ 7 ਪਤਾਲ 7 ਆਕਾਸ਼ ਮੰਨਦਾ। ਨਾਨਕ ਜੀ ਕਹਿੰਦੇ ਉਹਨੇ ਉਨੀ ਦੇਖੇ ਹੋਣਗੇ, ਉਹਨੇ ਜਿੰਨੇ ਦੇਖੇ ਉਹਨੇ ਕਹਦੇ, ਜਿੰਨੇ ਮੈਂ ਦੇਖਿਆ ਮੈਂ ਕਹਦੇ। ਕਹਿੰਦੇ ਕਿਵੇਂ ਹੋ ਸਕਦਾ ਹੈ? ਸਾਡਾ ਮੁਹੰਮਦ ਕਿਤੇ ਘੱਟ ਹੈ? ਮੈਂ ਕਹਿੰਦਾ ਕਦੋਂ ਘੱਟ ਕਿਹਾ? ਜਿੰਨੀ ਕਿਸੇ ਦੀ ਨਿਗਾਹ ਖੁੱਲੀ ਉਹਨੇ ਦਿਸੂਗਾ। ਕਹਿਣ ਲੱਗਿਆ ਮੈਂ ਨਹੀਂ ਮੰਨਦਾ, ਮੈਨੂੰ ਵਿਖਾ। ਕਹਿੰਦੇ ਲਿਆ ਫਿਰ ਤੇਰਾ ਕੋਈ ਚੇਲਾ ਲਿਆ, ਤੇਰਾ ਪੁੱਤਰ ਲਿਆ। ਫਿਰ ਪਾਤਸ਼ਾਹ ਕਹਿੰਦੇ ਲੀਤੋ ਸੋ ਬੇਟਾ ਪੀਰ ਦਾ ਆਖਰ ਅਰਖ ਫੁਰਕ ਵਿੱਚ ਹੋਏ ਗਿਆ ਹਵਾਈ। ਭਾਵ ਉਸ ਨੂੰ ਬਿਠਾਇਆ ਕੋਲੇ, ਚੌਕੜੀ ਮਾਰੀ, ਉਹਦੀ ਧਿਆਨ ਜੋੜਿਆ, ਆਪਣਾ ਧਿਆਨ ਜੋੜਿਆ ਤੇ ਉਹਦੀ ਰੂਹ ਨੂੰ ਕੱਢ ਕੇ, ਸੁਰਤ ਨੂੰ ਕੱਢ ਕੇ ਲੈ ਗਿਆ ਆਕਾਸ਼ਾਂ ਵਿੱਚ। ਕਹਿੰਦੇ ਵੇਖ ਕਿੰਨੇ ਆਕਾਸ਼ ਹੈ, ਚੰਦਰਮਾ ਵੇਖਦਾ, ਸੂਰਜ ਵੇਖਦਾ, ਆਕਾਸ਼ ਵੇਖਦਾ। ਉਹ ਬੱਚਾ ਕਹਿੰਦਾ ਥੱਕ ਗਿਆ ਜੀ, ਇਹ ਤਾਂ ਮੁੱਕਦੇ ਨਹੀਂ। ਕਹਿੰਦੇ ਇਹੀ ਤਾਂ ਮੈਂ ਕਿਹਾ ਸੀਗਾ, ਚੱਲ ਪਤਾਲ ਵੀ ਦਿਖਾਵਾਂ ਤੈਨੂੰ। ਫਿਰ ਪਤਾਲ ਦਿਖਾਏ, ਥੱਲੇ ਪਤਾਲ ਨਾ ਮੁੱਕਣ। ਭਾਈ ਸਾਹਿਬ ਜੀ ਲਿਖਦੇ ਹਨ, ਧੁਰ ਪਤਾਲੋ ਲਈ ਕੜਾਹੀ। ਇੱਕ ਪਤਾਲ ਤੇ ਆਏ, ਉਥੋਂ ਕੜਾ ਪ੍ਰਸ਼ਾਦ ਦੀ ਦੇਗ ਲਈ ਆ। ਤਾਂ ਗੁਰੂ ਪਿਆਰਿਓ ਭਰ ਕਚਕੌਲ ਪ੍ਰਸ਼ਾਦ ਦਾ ਉਹ ਲੈ ਕੇ ਕਹਿੰਦੇ ਵਾਪਸ ਆਏ ਤੇ ਧਿਆਨ ਖੋਲਿਆ ਦੋਹਾਂ ਨੇ। ਪੀਰ ਦਾ ਚੇਲਾ ਕਹਿੰਦਾ ਲਓ ਜੀ ਪ੍ਰਸ਼ਾਦ ਛਕ ਲਓ। ਨਾ ਤਾਂ ਪਤਾਲ ਮੁੱਕਦੇ ਆ ਤੇ ਨਾ ਆਕਾਸ਼ ਮੁੱਕਦੇ ਆ, ਮੈਂ ਬਹੁਤ ਦੇਖਿਆ, ਥੱਕ ਗਿਆ, ਮੈਂ ਮੁੜੇ ਆਇਆ। ਫਿਰ ਉਹਨੂੰ ਤਸੱਲੀ ਕਰਾਈ ਸੀ, ਫਿਰ ਉਹਦੇ ਚੇਲੇ ਵੀ ਠੀਕ ਕਰਤੇ। ਬਗਦਾਦ ਦੇ ਵਿੱਚ ਅੱਜ ਵੀ ਬਾਬੇ ਨਾਨਕ ਨੂੰ ਯਾਦ ਕਰਦੇ ਆ। ਪਾਰੇ ਦੀ ਨਿਆਈ ਚਿੱਟੀ ਸਿਫਤ ਫੈਲੀ ਹੋਈ ਹੈ। ਗੰਗਾ ਕੈਸੀ ਧਰ ਪਈ ਗੰਗ ਜੋ ਕੇ ਕੁਲੀਆ। ਔਰ ਉਹ ਗੰਗਾ ਦੇ ਕਿਨਾਰੇ ਹਰਿਦੁਆਰ ਦੇ ਇਲਾਕੇ ਦੇ ਵਿੱਚ, ਬਨਾਰਸ ਦੇ ਇਲਾਕੇ ਵਿੱਚ ਵੀ ਗੰਗਾ ਦੇ ਕੁੱਲ ਕਹਿੰਦੇ ਆ ਕਿਨਾਰਿਆਂ ਨੂੰ। ਗੰਗਾ ਦੇ ਕਿਨਾਰੇ ਤੇ ਜਾ ਕੇ ਜਦ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਤੇ ਉੱਥੇ ਵੀ ਇਹਨਾਂ ਦੀ ਸਿਫਤ ਅੱਜ ਫੈਲੀ ਹੋਈ ਆ। ਭਾਵੇਂ ਕਿ ਗੁਰੂ ਪਿਆਰਿਓ ਕੁਝ ਈਰਖਾਲੂ ਲੋਕਾਂ ਨੇ ਧੰਨ ਗੁਰੂ ਨਾਨਕ ਦੇ ਸਥਾਨ ਗੋਦੜੀ ਸਾਹਿਬ ਜਿਹੜਾ ਸੀਗਾ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਨਾਨਕ ਦੀ ਸਿਫਤ ਨੂੰ ਖਤਮ ਕਰਨ ਦੀ ਕੋਸ਼ਿਸ਼ ਲੋਕਾਂ ਨੇ ਬਹੁਤ ਕੀਤੀ ਆ, ਪਰ ਨਾਨਕ ਦੀ ਸਿਫਤ ਨੂੰ ਕੋਈ ਘਟਾ ਨਹੀਂ ਸਕਦਾ। ਹਰਿਦੁਆਰ ਬਨਾਰਸ ਦੇ ਇਲਾਕੇ ਵਿੱਚ ਵੀ ਨਾਨਕ ਜੀ ਦੀ ਮਹਿਮਾ ਉਵੇਂ ਹੀ ਹੋ ਰਹੀ ਹੈ। ਚੋਰ ਜੈਸੀ ਚਾਰੋ ਦਿਸ਼ ਸੋਹੇ ਸਭ ਸੀਸ ਪਰ। ਇਸ ਤਰ੍ਹਾਂ ਚੌਰ ਵਾਂਗ, ਭਾਵ ਚੌਰ ਜਿਵੇਂ
ਗੁਰੂ ਗ੍ਰੰਥ ਸਾਹਿਬ ਤੇ ਚੌਰ ਚੱਲਦਾ, ਜਿਵੇਂ ਚੌਰ ਚੱਲਦਾ ਇਉਂ ਨਾਨਕ ਜੀ ਦੀ ਸਿਫਤ ਸਾਰੀ ਦੁਨੀਆ ਵਿੱਚ ਚਾਰ ਛਪੇਰੇ ਫੈਲੀ ਹੋਈ ਹੈ। ਸਤ ਦੀਪ ਮਦ ਮੈਂ ਮਰਾਗ ਪਾਤ ਭੂਲਿਆ। ਸਤ ਦੀਪ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ, ਗੁਰੂ ਪਿਆਰਿਓ ਜਿਹੜੇ ਸਮੁੰਦਰ ਦੇ ਵਿੱਚ ਵਸੇ ਇਲਾਕੇ ਹੁੰਦੇ ਐ, ਦੀਪ ਸਮੂਹ, ਦੀਪਾਂ ਦਾ ਸਮੂਹ ਭਾਵ ਸੱਤ ਦੀਪ ਇੱਥੇ ਲਿਖੇ ਆ, ਵੈਸੇ 17 ਸੀਗੇ, ਤਾਂ ਉਹਨਾਂ 17 ਦੀਪਾਂ ਦੇ ਵਿੱਚੋਂ 7 ਦੀਪਾਂ ਦੇ ਦਰਸ਼ਨ ਸਤਿਗੁਰ ਨੇ ਮਰਦਾਨੇ ਨੂੰ ਕਰਾਏ ਸੀਗੇ। ਤਾਂ ਗੁਰੂ ਪਿਆਰਿਓ ਜਿਸ ਵੇਲੇ ਮਰਦਾਨੇ ਨੂੰ ਦਰਸ਼ਨ ਕਰਾਏ, ਪਹਿਲੇ ਰਾਜੇ ਦੇ ਕੋਲ ਜਾਂਦੇ ਹਨ, ਉਹਦਾ ਨਾਮ ਹੈ ਕੰਵਲ ਨੈਣ। ਕੰਵਲ ਨੈਣ ਨੂੰ ਜਾ ਕੇ ਮਿਲਦੇ ਆ, ਉਸ ਇਲਾਕੇ ਜਾ ਕੇ ਬੈਠਦੇ ਆ, ਤਾਂ ਗੁਰੂ ਪਿਆਰਿਓ ਭਾਈ ਮਰਦਾਨਾ ਕਹਿੰਦਾ ਭੁੱਖ ਲੱਗੀ ਆ। ਮਰਦਾਨੇ ਨੂੰ ਕਹਿੰਦੇ ਜਾ ਮਰਦਾਨਿਆ, ਜੋ ਭੁੱਖ ਲੱਗੀ ਆ ਖਾਇਆ, ਇੱਥੇ ਖਰਚਾ ਕੋਈ ਨਹੀਂ ਲੱਗਦਾਗਾ। ਕਹਿੰਦੇ ਅੱਛਾ ਜੀ। ਗਿਆ ਅੰਦਰ, ਇੱਕ ਧਰਮਚੰਦ ਨਾਮ ਦਾ ਕੋਈ ਮਨੁੱਖ ਮਿਲਿਆ, ਉਹਨੂੰ ਮਿਲਿਆ। ਮਰਦਾਨਾ ਕਹਿੰਦਾ ਯਾਰ ਭੁੱਖ ਲੱਗੀ ਹੈ ਬਾਈ, ਕੁਝ ਖਾਣਾ ਸੀਗਾ। ਕਹਿੰਦੇ ਵੇਖਾ ਦੁਕਾਨਾਂ ਭਰੀਆਂ ਪਈਆਂ ਮਠਿਆਈ ਦੀਆਂ, ਭੋਜਨ ਦੀਆਂ, ਜਿਹੜੀ ਜੀ ਕਰਦਾ ਚੱਕ ਕੇ ਖਾ ਲਾ। ਕਹਿੰਦਾ ਨਾ ਯਾਰ ਮੈਨੂੰ ਕੁੱਟ ਦੇਣਗੇ, ਮੈਂ ਆਇਆ ਕਿਵੇਂ ਚੱਕਾ। ਕਹਿੰਦੇ ਜਮਾ ਨਹੀਂ ਕੁੱਟਦੇ, ਕਹਿੰਦੇ ਤੂੰ ਦਵਾ ਦੇ ਯਾਰ ਕੋਲ ਜਾ ਕੇ। ਉਹ ਧਰਮਚੰਦ ਨਾਲ ਗਿਆ, ਇੱਕ ਦੁਕਾਨ ਤੇ ਭਾਈ ਸਾਹਿਬ ਯਾਤਰੂ ਹੈ ਕੋਈ, ਇਹਨੂੰ ਕੁਝ ਖਾਣ ਨੂੰ ਦੇ। ਉਹਨੇ ਭਾਈ ਬਸੇਰੀ ਪੱਕੀ ਮਠਿਆਈ ਫੜਾਤੀ ਮਰਦਾਨੇ ਨੂੰ ਲੋੜ ਮੁਤਾਬਕ। ਨਾਲੇ ਪੁੱਛਿਆ ਕੋਈ ਹੋਰ ਵੀ ਆ ਨਾਲ ਬੰਦਾ ਤੇਰੇ? ਕਹਿੰਦੇ ਨਹੀਂ ਹੋਰ ਹੈ ਤਾਂ ਸੀ, ਪਰ ਉਹ ਤਾਂ ਸੰਤੋਖੀ ਆ, ਉਹ ਤਾਂ ਨਹੀਂ ਖਾਂਦੇ। ਹੁਣ ਮਰਦਾਨਾ ਖਾ ਕੇ ਮੁੜਿਆ, ਹੱਸਦਾ ਫਿਰੇ। ਤਾਂ ਹੱਸਦਾ ਹੋਇਆ ਆ ਕੇ ਕਹਿੰਦਾ ਮਹਾਰਾਜ ਇੱਥੇ ਤਾਂ ਨਜ਼ਾਰਾ ਹੀ ਆ, ਜਿੰਨਾ ਮਰਜੀ ਖਾਓ ਕੋਈ ਪੈਸਾ ਨਹੀਂ ਲੱਗਦਾਗਾ। ਮਰਦਾਨਿਆ ਦੇਸ਼ ਐਸਾ ਹੀ ਹੈ। ਹੁਣ ਗੁਰੂ ਪਿਆਰਿਓ ਕੰਵਲ ਨੈਣ ਜਿਹੜਾ ਦੇਸ਼ ਆ ਉਹ ਤੁਹਾਡੇ ਨੇਤਰ ਹੈ, ਤੁਸੀਂ ਨੇਤਰਾਂ ਨਾਲ ਕਿੰਨਾ ਕੁਝ ਵੇਖਦੇ ਹੋ, ਤੁਹਾਡਾ ਪੈਸਾ ਲੱਗਦਾ ਕਿਤੇ ਕੋ ਸਤਿਨਾਮ ਜਿੰਨੇ ਮਰਜੀ ਸਵਾਦ ਲਈ ਚੋ ਅੱਖਾਂ ਨਾਲ ਦੇਖ ਕੇ। ਤਾਂ ਇਸੇ ਤਰ੍ਹਾਂ ਹੀ ਇਹ ਉਥੋਂ ਦੀ ਗੱਲ ਵੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਦੋਨੇ ਪਾਸੇ ਹੈ। ਕੰਵਲ ਨੈਣ ਮਦਰ ਬੈਣ ਸੁੰਦਰ ਸੈਨ ਕੋਟ ਸੈਨ ਸੰਗ ਸੋਭ ਕਹਿ ਤਮਾਜ ਸੋਧ ਜਿਸੈ ਦਹੀ ਭਾਤ ਖਾਹੇ ਜੀਓ। ਜਬ ਗੁਰਬਾਣੀ ਵਿੱਚ ਇਹ ਸ਼ਬਦ ਲਿਖਿਆ ਹੈਗਾ ਗੁਰੂ ਪਿਆਰੋ ਸਵਈਆਂ ਦੇ ਵਿੱਚ। ਪਰ ਇਧਰ ਇਹ ਰਾਜਾ ਸੀਗਾ ਕੰਵਲ ਨੈਣ, ਤੇ ਧਰਮਚੰਦ ਕਹਿਣ ਲੱਗਿਆ ਚੱਲ ਤੇਰੇ ਉਸ ਸੰਤੋਖੀ ਫਕੀਰ ਨੂੰ ਮਿਲਾਂ ਯਾਰ, ਕੁਝ ਖਾਂਦਾ ਨਹੀਂ, ਤੈਨੂੰ ਹਫਤਾ ਹੋ ਗਿਆ, ਤੂੰ ਰੋਜ਼ ਆਉਣਾ। ਆ ਕੇ ਧਰਮਚੰਦ ਮਿਲਦਾ ਹੈ। ਧਰਮਚੰਦ ਆਇਆ ਤੇ ਕਹਿੰਦਾ ਜੀ ਸਾਡਾ ਰਾਜਾ ਬਹੁਤ ਚੰਗਾ ਹੈ। ਕਹਿੰਦੇ ਕਿਉਂ? ਕਹਿੰਦੇ ਰਾਜੇ ਦਾ ਹੁਕਮ ਹੈ ਵੀ ਇੱਥੇ ਕੋਈ ਕੁਛ ਵੀ ਖਾਵੇ, ਦੁਕਾਨਾਂ ਤੇ ਸਮਾਨ ਬਣਾ ਕੇ ਰੱਖੋ, ਕਿਸੇ ਦਾ ਕੋਈ ਪੈਸਾ ਨਹੀਂ ਲੈਣਾ। ਬਾਦਸ਼ਾਹ ਕਹਿੰਦੇ ਤੇਰੇ ਰਾਜੇ ਵਿੱਚ ਇੱਕ ਨੁਕਸ ਹੈਗਾ ਹਜੇ। ਅੱਛਾ ਮਹਾਰਾਜ ਕੀ ਨੁਕਸ ਹੈ? ਕਹਿੰਦੇ ਇਹ ਤਾਂ ਮੈਂ ਉਸੇ ਨੂੰ ਦੱਸੂਗਾ। ਸੱਦ ਲਿਆ। ਉਹ ਰਾਜੇ ਕੋਲ ਜਾ ਕੇ ਰਾਜਾ ਸਾਹਿਬ ਬਾਹਰ ਇੱਕ ਫਕੀਰ ਆਇਆ ਹੈ, ਮੈਂ ਤੁਹਾਡੀ ਸਿਫਤ ਕੀਤੀ ਵੀ ਸਾਡੇ ਰਾਜੇ ਦੇ ਰਾਜ ਵਿੱਚ ਕੋਈ ਵੀ ਖਰਚਾ ਨਹੀਂ ਹੁੰਦਾਗਾ, ਜੋ ਮਰਜ਼ੀ ਖਾਓ। ਪਰ ਉਹ ਕਹਿੰਦਾ ਵੀ ਤੁਹਾਡੇ ਰਾਜ ਇੱਕ ਨੁਕਸ ਹੈ। ਕਹਿੰਦੇ ਵੀ ਉਹ ਕੀ ਆ? ਕਹਿੰਦੇ ਚੱਲ ਕੇ ਪੁੱਛ ਲਓ, ਮੈਨੂੰ ਦੱਸਿਆ ਨਹੀਂ ਉਹਨਾਂ ਨੇ। ਰਾਜਾ ਆਇਆ, ਮਾਰੇ ਕੀ ਨੁਕਸ ਹੈ? ਕਹਿੰਦੇ ਤੇਰੇ ਚ ਨੁਕਸ ਹੈ ਵੀ ਤੂੰ ਸਾਰਿਆਂ ਤੋਂ ਪੈਰੀ ਪੈਣਾ ਕਰਾਉਣਾ, ਮੱਥੇ ਟਿਕਾਉਣਾ। ਕਹਿੰਦਾ ਮਾਰੇ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ ਮੱਥਾ ਟੇਕੋ, ਭਾਵੇਂ ਤੂੰ ਕਿਸੇ ਨੂੰ ਕਹਿੰਦਾ ਨਹੀਂ ਮੱਥਾ ਟੇਕੋ, ਪਰ ਜਦੋਂ ਲੋਕ ਮੱਥਾ ਟੇਕਦਾ ਤੂੰ ਰੋਕਦਾ ਵੀ ਨਹੀਂ ਉਹਨਾਂ ਨੂੰ। ਕੋਈ ਸਤਿਗੁਰੂ ਇਹ ਬਹੁਤ ਵੱਡਾ ਨੁਕਸਾ ਹੈ, ਹੰਕਾਰ ਹੈ ਤੇਰੇ ਚ। ਫਿਰ ਉਹ ਕੰਵਲ ਨੈਣ ਨੇ ਸਤਿਗੁਰ ਦੇ ਚਰਨੀ ਪੈਣਾ ਕੀਤਾ। ਫਿਰ ਉਸ ਦਾ ਗੁਰੂ ਪਿਆਰਿਓ ਉਹਨੂੰ ਗਿਆਨ ਦੇ ਕੇ ਉਸ ਨੂੰ ਸੁਧਾਰਿਆ ਤੇ ਉਹਦਾ ਨਾਮ ਰੱਖ ਦਿੱਤਾ ਸੁਧਰ ਸੈਨ, ਭਾਵ ਸੁਧਰਿਆ ਹੋਇਆ ਰਾਜਾ। ਫਿਰ ਗੁਰੂ ਪਿਆਰਿਓ ਸੁਧਰ ਸੈਨ ਨੂੰ ਬਖਸ਼ਿਸ਼ ਕੀਤੀ ਕਿ 17 ਟਾਪੂਆਂ ਦੇ ਰਾਜੇ ਤੇਰੇ ਅੰਡਰ ਹੋਣਗੇ। ਇਸ ਤਰ੍ਹਾਂ ਉਸ ਨੂੰ ਗਿਆਨ ਦੇ ਕੇ ਫਿਰ ਪਾਤਸ਼ਾਹ ਅਗਲੇ ਟਾਪੂ ਤੇ ਜਾਂਦੇ ਆ, ਫਿਰ ਅਗਲੇ ਟਾਪੂ ਤੇ ਜਾਂਦੇ ਆ। ਤਾਂ 7 ਟਾਪੂਆਂ ਦੇ ਦਰਸ਼ਨ ਕਰਾਉਣ ਤੋਂ ਬਾਅਦ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਚੱਲ ਹੁਣ ਬਾਹਰ ਚੱਲੀਏ, ਕਿਧਰੇ ਹੋਰ ਚੱਲਦੇ ਆ। ਕਹਿੰਦੇ ਬਾਕੀ ਟਾਪੂ ਰਹਿ ਗਏ, ਉੱਥੇ ਨਹੀਂ ਆਪਣਾ ਗਿਆਨ ਫੈਲਾਉਣਾ। ਕਹਿੰਦੇ ਕੋਈ ਗੱਲ ਨਹੀਂ, ਉੱਥੋਂ ਦਾ ਗਿਆਨ ਜਿਹੜਾ ਇੱਥੋਂ ਆਪੇ ਉੱਥੇ ਚਲਿਆ ਜਾਵੇਗਾ। ਹੁਣ ਦੇਖੋ ਅਮਰੀਕਾ, ਇੰਗਲੈਂਡ, ਅਫਰੀਕਾ, ਕੈਨੇਡਾ ਵਗੈਰਾ ਵਗੈਰਾ ਜੋ ਵੀ ਹੈ, ਇਹ ਸਾਰੇ ਟਾਪੂ ਆ, ਭਾਵ 4 ਚੁਫੇਰੇ ਸਮੁੰਦਰ ਹੈ, ਵਿਚਾਰੇ ਵਸੇ ਦੇਸ਼ ਹੈ, ਭਾਵੇਂ ਕੋਈ ਛੋਟੇ ਆ ਭਾਵੇਂ ਵੱਡੇ ਆ। ਤਾਂ ਉਹਨਾਂ ਦੇ ਵਿੱਚ ਨਾਨਕ ਜੀ ਦੀ ਸਿਫਤ ਜਾ ਰਹੀ ਹੈ, ਪਹੁੰਚ ਰਹੀ ਹੈ। ਕਹੋ ਸਤਿਨਾਮ। ਨਾਨਕ ਦੀਆਂ ਮਰਦਾਨੀਆਂ ਲੋੜ ਨਹੀਂ ਕਹਾ ਜਾਣ ਦੀ, ਉਹਨਾਂ ਦੇਸ਼ਾਂ ਦੇ ਲੋਕ ਆਪੇ ਹੀ ਸਾਡੀ ਜਿਹੜੀ ਹੈ ਗਿਆਨ ਨੂੰ ਆਪਣੇ ਦੇਸ਼ਾਂ ਵਿੱਚ ਲੈ ਜਾਣਗੇ। ਤੇ ਪੁਰਾਣੇ ਸਮਿਆਂ ਦੇ ਵਿੱਚ ਸੱਚ ਜਾਣਿਓ, ਜਦੋਂ ਅਮਰੀਕਾ ਅਫਰੀਕਾ ਦੇ ਲੋਕ ਇੰਗਲੈਂਡ ਨੂੰ ਭਾਰਤ ਖੰਡ ਵਿੱਚ ਆਉਂਦੇ ਸੀਗੇ ਤੇ ਇੱਥੋਂ ਆਪਣੇ ਦੇਸ਼ ਦੇ ਲੋਕਾਂ ਵਾਸਤੇ ਗਿਫਟ ਲੈ ਕੇ ਜਾਂਦੇ ਸੀਗੇ।
ਕੀ ਲਿਜਾਂਦੇ ਸੀ ਪਤਾ? ਕੋਈ ਵਧੀਆ ਬ੍ਰਹਮ ਗਿਆਨੀ ਲੈ ਕੇ ਜਾਂਦੇ ਸੀ ਉਧਰ। ਕੋ ਸਤਿਗੁਰੂ ਵੀ ਬਾਬਾ ਜੀ ਸਾਡੇ ਨਾਲ ਚੱਲੋ, ਸਾਡੇ ਇਲਾਕੇ ਵਿੱਚ ਇਹ ਸੱਚ ਦੀ ਗੱਲ ਨੂੰ ਫੈਲਾਉਣਾ ਕਰੋ। ਫਿਰ ਉਹ ਬ੍ਰਹਮ ਗਿਆਨੀ ਉਹਨਾਂ ਦੇ ਨਾਲ ਜਾਂਦੇ ਤੇ ਉੱਥੇ ਜਾ ਕੇ ਸੱਚ ਦੀ ਗੱਲ ਕਰਦੇ। ਖੈਰ ਉਹਨਾਂ 7 ਟਾਪੂਆਂ ਵਿੱਚ ਵੀ ਨਾਨਕ ਜੀ ਦੀ ਸਿਫਤ ਫੈਲ ਰਹੀ ਹੈ। ਅਮਲ ਕਮਲ ਜੈਸੀ ਕਾਸੀ ਮੈਂ ਬਿਰਾਜਮਾਨ। ਹਾਂ, ਉਹਨਾਂ ਦੀ ਉਪਮਾ ਕਾਸ਼ੀ ਵਿੱਚ ਕਮਲ ਦੇ ਫੁੱਲ ਦੀ ਤਰ੍ਹਾਂ। ਸੁਦਾ ਸਮ ਸੁਦਾਸਰ ਦਿੱਲੀ ਦੂਧ ਸੋਹੀਐ। ਉਹ ਸੁਦਾਸਰ ਅੰਮ੍ਰਿਤਸਰ ਦਾ ਇਲਾਕਾ, ਮਾਝੇ ਦਾ ਇਲਾਕਾ, ਉੱਥੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਅਮਰ ਵਰਗੀ ਔਰ ਦਿੱਲੀ ਦੇ ਵਿੱਚ ਦੁੱਧ ਵਰਗੀ ਚਿੱਟੀ ਸਿਫਤ ਫੈਲ ਰਹੀ ਹੈ। ਜੋਨ ਜੈਸੀ ਜੋਧਪੁਰ ਸ਼ੇਸ਼ ਸੀਸੋ ਮੇਰ ਪਰ। ਔਰ ਜੋਧਪੁਰ ਦੇ ਵਿੱਚ ਉਥੋਂ ਦੀ ਸਿਫਤ ਫੈਲ ਰਹੀ ਹੈ। ਔਰ ਸਮੇਰ ਤੇ ਸ਼ੇਸ਼ ਨਾਗ ਜਿਵੇਂ ਸਿਫਤ ਕਰਦਾ ਉਹ ਫੈਲ ਰਹੀ ਹੈ। ਚੰਦਨ ਸੀ ਚੀਨ ਓਮ ਚੀਨ ਮਾਹੇ ਜੋਈਏ। ਔਰ ਗੁਰੂ ਪਿਆਰੋ ਚੀਨ ਮਚੀਨ ਆਦਿ ਇਹ ਸਾਰੇ ਦੂਜੇ ਦੇਸ਼ ਹਨ, ਉਹਨਾਂ ਵਿੱਚ ਵੀ ਨਾਨਕ ਜੀ ਦੀ ਸਿਫਤ ਹੋ ਰਹੀ ਆ। ਨੇਪਾਲ ਮੇ ਨਹਿ ਕਸੇ ਕਮਾਓ ਮੈਂ ਕਪਾਸ ਸੀ। ਨੇਪਾਲ ਦੇ ਵਿੱਚ ਵੀ ਨਾਨਕ ਜੀ ਗਏ ਨਾ, ਉੱਥੇ ਨਾਨਕ ਜੀ ਦਾ ਨਾਮ ਉੱਥੋਂ ਦੇ ਲੋਕਾਂ ਨੇ ਲਾਮਾ ਗੁਰੂ ਰੱਖਿਆ, ਕਿਉਂਕਿ ਉਹਨਾਂ ਦੇ ਕੱਦ ਛੋਟੇ ਨੇ ਔਰ ਨਾਨਕ ਜੀ ਦਾ ਕੱਦ ਲੰਬਾ ਸੀਗਾ। ਤਾਂ ਉਹਨਾਂ ਨੇ ਨਾਨਕ ਜੀ ਨੂੰ ਆਪਣਾ ਪੀਰ ਵੀ ਮੰਨਿਆ ਔਰ ਉਹਨਾਂ ਨੂੰ ਲਾਮਾ ਗੁਰੂ ਕਹਿ ਕੇ ਬੇਨਤੀ ਕੀਤੀ, ਆਪਣਾ ਪੀਰ ਮੰਨਿਆ, ਗੁਰੂ ਮੰਨਿਆ। ਹਿਸਾਰ ਕੋਟ ਹਿਮਸੇ ਸੁਖਦ ਅਬ ਰੋਹੀਏ। ਤਾਂ ਹਿਸਾਰ ਦੇ ਇਲਾਕੇ ਵਿੱਚ ਜਿਹੜਾ ਹੈ ਗੁਰੂ ਪਿਆਰਿਓ ਹਿਮ ਬਰਫ ਵਰਗੀ ਚਿੱਟੀ, ਹੀਰੇ ਵਰਗੀ, ਔਰ ਨੇਪਾਲ ਵਿੱਚ ਕਪਾਹ ਵਰਗੀ ਚਿੱਟੀ। ਆਠੋ ਦਿਗ ਪਾਲਣ ਕੇ ਦਸਨ ਪੈ ਜਾਏ ਟਿਕੀ। ਔਰ 8 ਹੀ ਦਿਗਪਾਲ ਭਾਵ ਜੋ ਗੁਰੂ ਪਿਆਰਿਓ ਦੇਵ ਲੋਕ ਦੇ ਇਹ 8 ਦਿਗਪਾਲ ਹਾਥੀਆਂ ਦੇ ਦੰਦਾਂ ਤੇ ਜਾ ਟਿਕੀ ਹੈ। ਭਾਵ ਕਿ ਸੰਸਾਰ ਦੇ ਮੁਖ ਵਿੱਚ ਨਾਨਕ ਜੀ ਦੀ ਸਿਫਤ ਅੱਜ ਫੈਲੀ ਹੋਈ ਆ। ਜਹਾਂ ਤਹ ਦੇਖੀਏ ਸਭਨ ਮਨ ਮੋਹੀਏ। ਔਰ ਜਿੱਥੇ ਕਿੱਥੇ ਦੇਖੀਏ ਉੱਥੇ ਨਾਨਕ ਜੀ ਨੇ ਜਾ ਕੇ ਦੁਨੀਆ ਦੇ ਮਨ ਨੂੰ ਮੋਹਣਾ ਕੀਤਾ ਹੈ ਜੀ। ਲਖਨਊ ਸਾਰਦ ਸੀ ਲਾਪੁਰ ਵਾਰਸ ਸੀ। ਇਸ ਤਰ੍ਹਾਂ ਨਾਨਕ ਦੀ ਸਿਫਤ ਨੂੰ ਕੋਈ ਘਟਾ ਨਹੀਂ ਸਕਦਾਗਾ। ਮੈਂ ਗੱਲ ਕਰਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੌ ਪਿੰਡ ਦੇ ਵਿੱਚ ਸ਼ਾਦੀ ਕਰਨ ਵਾਸਤੇ ਗਏ ਆ, ਮਾਤਾ ਗੰਗਾ ਜੀ ਨੂੰ ਵਿਆਹਣ ਗਏ ਆ। ਔਰ ਗੁਰੂ ਪਿਆਰੋ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਵੀ ਜਿਹੜੇ ਇਹ ਸਾਧ ਹੈ ਇਹ ਸਾਨੂੰ ਚੰਗੇ ਨਹੀਂ ਲੱਗਦੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਰ ਦੇ ਪਿਆਰੇ ਆ, ਨਾਲ ਉਹਨਾਂ ਦੇ ਸਾਧੂਆਂ ਦੇ ਟੋਲੇ ਵੀ ਗਏ ਆ ਬਰਾਤ ਵਿੱਚ। ਤਾਂ ਉੱਥੋਂ ਦੇ ਲੋਕਾਂ ਨੇ ਇੱਕ ਸ਼ਰਾਰਤ ਕੀਤੀ, ਮੌ ਪਿੰਡ ਦੇ ਲੋਕਾਂ ਨੇ ਗੁਰੂ ਪਿਆਰਿਓ ਕੀ ਸ਼ਰਾਰਤ ਕੀਤੀ, ਇੱਕ ਕਿੱਕਰ ਇੱਕ ਦਰਖਤ ਜਿਹਨੂੰ ਉੱਤੋਂ ਪੂਰਾ ਵੱਢ ਦਿੱਤਾ ਹੈ, 2 ਫੁੱਟ ਉੱਤੇ ਰੱਖ ਕੇ ਉਹਨੂੰ ਪੂਰਾ ਘੜਤਾ। ਇਉਂ ਲੱਗਦਾ ਜਿਵੇਂ ਕੋਈ ਧਰਤੀ ਵਿੱਚ ਕਿੱਲਾ ਗੱਡਿਆ ਹੁੰਦਾ। ਕੋਈ ਸਤਿਗੁਰੂ ਬਾਹਰੋਂ ਵੇਖਣ ਚ ਐਂ ਲੱਗਦਾ ਜਿਵੇਂ ਕੋਈ ਧਰਤੀ ਵਿੱਚ ਕਿੱਲਾ ਗੱਡਿਆ। ਹੁਣ ਉਹਨਾਂ ਲੋਕਾਂ ਨੇ ਜਾਣਬੁੱਝ ਕੇ ਇਹ ਗੱਲ ਕੀਤੀ ਤੇ ਕਹਿਣ ਲੱਗੇ ਦੇਖੋ ਜੀ, ਆਨੰਦ ਕਾਰਜਾਂ ਤੋਂ ਪਹਿਲਾਂ, ਫੇਰਿਆਂ ਤੋਂ ਪਹਿਲਾਂ ਸਾਡੇ ਘਰ ਰੀਤ ਹੈ, ਉਹ ਰੀਤ ਜ਼ਰੂਰ ਪੂਰੀ ਕਰੋ। ਕਹਿੰਦੇ ਵੀ ਕੀ ਰੀਤ ਹੈ? ਕਹਿੰਦੇ ਸਾਡੇ ਰੀਤ ਹੈ ਕਿੱਲਾ ਪਟਣਾ। ਕਿਤੇ ਛਟੀਆਂ ਖੇਡਦੇ ਆ, ਕਿਤੇ ਗੁਰੂ ਪਿਆਰੋਂ ਮਿੱਟੀ ਕੱਢਣ ਜਾਂਦੇ ਆ ਲੋਕ। ਪਤਾ ਨਹੀਂ ਕਿੰਨੀਆਂ ਕਿੰਨੀਆਂ ਰੀਤਾਂ ਲੋਕਾਂ ਨੇ ਜਿਹੜੀਆਂ ਕਿ ਕੁਰੀਤੀਆਂ ਚਲਾਈਆਂ ਹੋਈਆਂ ਪੁਰਾਣੇ ਧਰਮ ਦੇ ਮੁਖੀਆਂ ਨੇ। ਉਹ ਹੌਲੀ ਹੌਲੀ ਚੱਲੀ ਜਾਂਦੀਆਂ, ਹੌਲੀ ਹੌਲੀ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਛੱਡੀ ਵੀ ਜਾਂਦੇ ਆ, ਮਨੋਵਿਰਤੀਆਂ ਉੱਥੇ ਰੱਖੀ। ਕਹਿੰਦੇ ਪਿੰਡ ਦੇ ਲੋਕ ਕਹਿਣ ਲੱਗੇ ਵੀ ਗੱਲ ਸੁਣੋ ਬਈ ਸਾਡੇ ਰੀਤ ਹੈ ਫੇਰਿਆਂ ਤੋਂ ਪਹਿਲਾਂ ਜਿਹੜਾ ਲਾੜਾ ਹੈ ਨਾ ਉਹ ਕਿੱਲਾ ਪੱਟਦਾ ਤੇ ਆ ਜਿਹੜਾ ਕਿੱਲਾ ਗੱਡਿਆ ਪਿਆ ਇਹ ਕਿੱਲਾ ਪੱਟੋ, ਫਿਰ ਤੁਹਾਡੇ ਫੇਰੇ ਹੋਣਗੇ। ਹੁਣ ਜਾਨੀ ਜਾਣ ਸਤਿਗੁਰੂ ਅੰਤਰਜਾਮੀ। ਤਾਂ ਗੁਰੂ ਪਿਆਰਿਓ ਇਹਨਾਂ ਨੇ ਕੀ ਕੀਤਾ, ਘੋੜੀ ਤੇ ਬੈਠੇ ਨਾ ਤੇ ਇੱਕ ਵਰਸ਼ਾ ਫੜ ਲਿਆ ਸਿੰਘ ਦੇ ਕੋਲੋਂ, ਆਪਣੇ ਸਿੱਖ ਦੇ ਕੋਲੋਂ। ਵਰਸ਼ਿਆਂ ਵਾਲੀ ਫੌਜ ਵੀ ਨਾਲ ਹੈ। ਤਾਂ ਇੱਕ ਵਰਸ਼ਾ ਲਿਆ ਤੇ ਦੂਰ ਲਿਜਾ ਕੇ ਘੋੜਾ ਕਿੱਲੇ ਵੱਲ ਮੂੰਹ ਕਰਕੇ ਭਜਾਇਆ। ਔਰ ਭਜਾਇਆ, ਅੱਡੀ ਲਾਈ ਉਸ ਨੂੰ, ਭੱਜਿਆ ਤੇ ਭੱਜਦੇ ਭੱਜਦੇ ਜਦੋਂ ਬਰਾਬਰ ਆਏ ਤੇ ਉਹ ਵਰਸ਼ਾ ਕਿੱਲੇ ਦੀ ਨੋਕ ਵਿੱਚ ਲਾਈ ਤੇ ਉਹ ਕਿੱਲਾ ਜੀ ਜੜਾਂ ਚੋਂ ਬਾਹਰ ਆ ਗਿਆ। ਕੀ ਵੇਖਦੇ ਆ ਵੀ ਇਹ ਤਾਂ ਦਰਖਤ ਸੀਗਾ। ਇਹਨਾਂ ਮੂਰਖ ਲੋਕਾਂ ਨੇ ਮਜ਼ਾਕ ਕੀਤਾ, ਝੂਠ ਬੋਲਿਆ, ਕਹਿੰਦੇ ਕਿੱਲਾ ਪੱਟੋ ਜੀ, ਕਿੱਲਾ ਕੱਢਿਆ, ਇਹ ਤਾਂ ਦਰਖਤ ਸੀਗਾ, ਜੜਾਂ ਤੋਂ ਬਾਹਰ ਆ ਗਿਆ ਜਿਹੜਾ। ਘੋੜੇ ਦਾ ਵੀ ਬੜਾ ਜ਼ੋਰ ਲੱਗਿਆ ਉਸ ਵੇਲੇ। ਤਾਂ ਗੁਰੂ ਪਿਆਰਿਓ ਘਰੇ ਬੇਬੇ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ।
क्योंकि गुरु अर्जन देव जी ने उस वेले कह दिता बई ये लोग झूठे है। मौ पिंड दे लोकी झूठे, हथ जिन्हां ने फड़ ले ठूठे। झूठ बोलना घर दे विचों अमीरी नूं खत्म करना है, सच जाने हो। कोई सतनाम ठूठे मंगदे कोले हुंदे आ ना। जिस घर दे विच सच नहीं चलदा, झूठ चलदा ना, उथों लक्ष्मी, उथों अमीरी, उथों गुरु प्यारो बरकतां खत्म हो जांदियां ने। सच जाने हो, झूठ नहीं बोलना चाहिए। धन गुरु अर्जन देव जी कहते मौ पिंड दे लोकी झूठे, सिनी जिन्हां दे टोपियां, हथ फड़ ले ठूठे। ते माता गंगा नूं ये आवाज सुनी, घरे पता लग्या भी आ गल हो गई। अपने पिंड वाले कहने किला पट्टो। किला किहड़ा सी? ओह तां पूरा दरख्त ही उत्तों छांगिया होया सीगा ते थल्ले पूरी जड़ सी, ते पड़दिया होया घोड़े दा भी कहते बहुत जोर लग गया। ते गुरु साहब ने ऐदा बचन करता, मौ पिंड दे लोकी झूठे, सिरी जिन्हां दे टोपियां, हथ फड़ ले ठूठे। और माता जी गंगा जी भी भजन बंदगी भगती वाले सी भाई। उन्होंने पता लगे भी गुरु साहब का बचन हो गया तो चलूगा। फिर कहने देखो फेरिया तो पहला माता गंगा घरों उठ के अपनिया कुछ बीबियां नाल पातशाह चानी पै गई आके, महाराज बख्श दिओ गलती हो गई। ये मूर्ख लोग है, सोनू समझ नहीं सकेगे, तुसी तां गुरु हो, बख्श दिओ, माफ कर दिओ। पातशाह कहते हुण तां माफ होणगे जे ये पिंड नूं छड्ड के किते होर जाके वसणगे, इत्थे तां कंगाल ही रहणगे, ठूठे मंगते ही रहणगे। कहो सतनाम सी। तां गुरु प्यारिओ मौ पिंड चों उठ के फिर जिन्हां लोकां ने अपने घर दे बारे सोचिया, बरकतां बारे सोचिया, उन्हां ने ਉਹ ਪਿੰਡ ਛੱਡ ਕੇ, ਭਾਵ ਉਹ ਪਿੰਡ ਦੀ ਜੂਹ ਛੱਡ ਕੇ ਜੂਹ ਤੋਂ ਅਗਲੇ ਪਾਸੇ ਜਾ ਕੇ ਵਸਣਾ ਕੀਤਾ। ਕੋ ਸਤਨਾਮ ਸੀ। ਕਹਿੰਦੇ ਜਿਹੜੇ ਇੱਥੇ ਵਸਣਗੇ ਉਹ ਮੰਗਤੇ ਹੀ ਰਹਿਣਗੇ, ਤੇ ਜਿਹੜੇ ਪਿੰਡ ਨੂੰ ਛੱਡ ਕੇ ਤੇ ਹੋਰ ਵਸਣਗੇ ਉਹ ਕਹਿੰਦੇ ਬਚ ਜਾਣਗੇ ਮੇਰੇ ਇਸ ਬਚਨ ਤੋਂ। तो ਕਹਿਣ ਤੋਂ ਭਾਵ ਹੈ ਕਿ ਝੂਠ ਬੋਲਣਾ ਕਿੰਨਾ ਮਾੜਾ। ਇਸ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਨ ਵਾਲਾ ਜਿਹੜਾ ਹੈ ਉਹ ਸੁਧਰਦਾ ਨਹੀਂਗਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਤੇ ਨਾਨਕ ਦੇ ਘਰ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਕਰਕੇ ਨਿੰਦਿਆ ਕਰਨ ਵਾਲੇ ਜਿਹੜੇ ਆ ਉਹ ਆਪਦਾ ਕੰਮ ਕਰਦੇ ਆ, ਪਰ ਕੀਤੀ ਦਾ ਫਲ ਭੋਗਦੇ ਆ। ਤੇ ਨਾਨਕ ਜੀ ਦੀ ਸਿਫਤ ਭਾਈ ਸਾਹਿਬ ਜੀ ਦੱਸ ਰਹੇ ਨੇ, ਕਹਿਣ ਲੱਗੇ ਜਿਹੜੇ 8 ਦਿਗਪਾਲ ਹੈ, ਭਾਵ ਦੇਵਲੋਕ ਦੇ ਹਾਥੀ, ਇੰਦਰ ਦਾ ਹਾਥੀ, ਐਰਾਪਤੀ ਹਾਥੀ। ਇੱਕ ਹਾਥੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਗਿਆ, ਐਰਾਪਤੀ ਹਾਥੀ ਚਿੱਟੇ ਰੰਗ ਦਾ। ਤਾਂ ਗੁਰੂ ਪਿਆਰੋ ਇਸ ਤਰ੍ਹਾਂ ਦਿਗਪਾਲ ਕਹਿੰਦੇ ਐ ਦੇਵਤਿਆਂ ਦੇ ਹਾਥੀ, ਉਹਨਾਂ ਦੇ ਦੰਦਾਂ ਦੇ ਉੱਤੇ ਵੀ ਨਾਨਕ ਦੀ ਸਿਫਤ ਚੱਲ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਅੱਜ ਨਾਨਕ ਜੀ ਦੀ ਸਿਫਤ ਸਾਰੀ ਦੁਨੀਆ ਵਿੱਚ ਹੋ ਰਹੀ ਹੈ ਔਰ ਵਧਦੀ ਜਾ ਰਹੀ ਹੈ। ਕੀ ਕਹਿ ਰਹੇ ਸਨ? ਲਖਨਊ ਸਾਰਦ ਸੇ ਲਾਪਰ ਵਾਰਦ ਸੇ। ਔਰ ਗੁਰੂ ਪਿਆਰਿਓ ਲਖਨਊ ਦੇ ਵਿੱਚ ਸ਼ਰਦੀ ਵਰਗੀ ਸ਼ਾਂਤੀ ਦੇਣ ਵਾਲੀ ਸਾਰਦਵਤੀ ਸਰਸਵਤੀ ਦੇਵੀ, ਭਾਵ ਚਿੱਟੇ ਕੱਪੜੇ ਪਾਉਂਦੀ ਆ, ਭਾਵ ਨਿਰਮਲ ਪਵਿੱਤਰ ਲਖਨਊ ਦੇ ਵਿੱਚ ਵੀ ਨਾਨਕ ਨੂੰ ਦੁਨੀਆ ਯਾਦ ਕਰਦੀ ਹੈ, ਲਾਹੌਰ ਦੇ ਵਿੱਚ ਵੀ ਯਾਦ ਕਰਦੇ ਆ। ਹਾਜੀਪੁਰ ਹੰਸਨੀ ਸੇ ਰੂਪਾ ਰੂਮ ਜਾਣੀਏ। ਔਰ ਹਾਜੀਪੁਰ ਦੇ ਇਲਾਕੇ ਵਿੱਚ ਜਿੱਥੇ ਨਾਨਕ ਜੀ ਗਏ ਉੱਥੇ ਵੀ ਹੰਸ ਵਰਗੀ ਚਿੱਟੀ ਨਿਰਮਲ ਪਵਿੱਤਰ ਰੂਮ ਦੇ ਵਿੱਚ ਵੀ ਕਹਿਣ ਲੱਗੇ ਪਵਿੱਤਰ ਸਿਫਤ ਉਹਨਾਂ ਦੀ ਹੋ ਰਹੀ ਆ। ਕਰਕਾ ਇਰਾਕ ਉਡਗਨ ਸੀ ਇਰਾਨ ਰੂਰੀ। ਇਸੇ ਤਰ੍ਹਾਂ ਗੁਰੂ ਪਿਆਰਿਓ ਇਰਾਕ, ਇਰਾਨ ਆਦਿ ਉਹਨਾਂ ਵਿੱਚ ਵੀ ਤਾਰਿਆਂ ਦੀ ਤਰ੍ਹਾਂ ਸਿਫਤ ਟਹਿਕ ਰਹੀ ਹੈ। ਫਟਕ ਸੀ ਫਰਕਾਬਾਦ ਬਿਸਦ ਬਿਖਾਨੀਏ। ਫਰੂਕਾਬਾਦ ਦੇ ਇਲਾਕੇ ਵਿੱਚ ਵੀ ਨਾਨਕ ਜੀ ਗਏ ਨਾ, ਉੱਥੇ ਵੀ ਫਟਕੜੀ ਦੀ ਨਿਆਈ ਚਮਕਦੀ ਹੈ ਉਹਨਾਂ ਦੀ ਸਿਫਤ। ਉਦਤ ਬੰਦਰ ਮਦ ਉਦ ਸਿਵੇ ਫੈਲ ਰਹੀ। ਇਸ ਤਰ੍ਹਾਂ ਇਹ ਬੰਦਰਗਾਹਾਂ ਗੁਰੂ ਪਿਆਰਿਓ ਸਮੁੰਦਰਾਂ ਦੀਆਂ ਬੰਦਰਗਾਹਾਂ ਦੇ ਉੱਤੇ ਵੀ, ਸਮੁੰਦਰਾਂ ਦੇ ਪਰਲੇ ਪਾਸੇ ਵੀ ਉਰਲੇ ਪਾਸੇ ਵੀ ਅੱਜ ਨਾਨਕ ਨੂੰ ਯਾਦ ਕਰਦੇ। ਆਪ ਜੀ ਨੂੰ ਪਤਾ ਹੈ ਨਾ, ਜਦੋਂ ਸਮੁੰਦਰ ਤੋਂ ਪਾਤਸ਼ਾਹ ਜੀ ਪਾਣੀ ਦੇ ਉੱਤੇ ਉੱਤੇ ਜਾ ਰਹੇ ਨੇ, ਚਲਦੇ ਚਲਦੇ ਰਸਤੇ ਵਿੱਚ ਪੁੱਛਦੇ ਆਪਣੇ ਸਾਥੀਆਂ ਨੂੰ, ਭਾਈ ਮਰਦਾਨਿਆ ਆਪਾਂ ਕਾਸ ਤੇ ਤੁਰੇ ਜਾ ਰਹੇ ਆ। ਕਹਿੰਦੇ ਜੀ ਪਤਾ ਨਹੀਂ, ਮੈਨੂੰ ਤਾਂ ਪਾਣੀ ਦਿਸਦਾ ਹੈ। ਕਹਿੰਦੇ ਪਾਣੀ ਨਹੀਂ, ਥੱਲੇ ਹੋਰ ਵੀ ਕੁਛ ਹੈ। ਕਹਿੰਦੇ ਕੀ ਹੈ ਥੱਲੇ? ਕਹਿੰਦੇ ਥੱਲੇ ਇੱਕ ਮਗਰਮੱਛ ਪਿਆ ਵੱਡਾ ਸਾਰਾ, ਜਿਹੜਾ ਇੱਧਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਤੱਕ ਹੈ। ਫਿਰ ਕਹਿੰਦਾ ਮਹਾਰਾਜ ਕਿਉਂ ਜਾ ਰਹੇ ਹੋ? ਗਾਂ ਖਾ ਜੂਗਾ, ਉਹਦਾ ਮੂੰਹ ਹੋਊਗਾ ਪਰਲੇ ਪਾਸੇ। ਕੋ ਪੁੱਠੇ ਮੁੜੀਏ? ਕਹਿੰਦੇ ਨਹੀਂ ਪੁੱਠੇ ਨਹੀਂ ਮੁੜਨਾ, ਗਾਹਾਂ ਹੀ ਜਾਣਾ। ਕਹਿੰਦੇ
ਉਹ ਸਮੁੰਦਰ ਜਿਹੜਾ 35 ਕੋਹ ਲੰਮਾ ਦੱਸਿਆ ਇਤਿਹਾਸ ਵਿੱਚ। ਜਦੋਂ ਪਰਲੇ ਪਾਸੇ ਜਾ ਕੇ ਉਤਰੇ ਤਾਂ ਕੀ ਵੇਖਦੇ ਐ, ਤੇ ਉਸ ਵੱਡੇ ਸਾਰੇ ਮੱਛ ਨੇ ਏਦਾਂ ਮੂੰਹ ਖੋਲਿਆ ਤੇ ਆਪਣੇ ਅੰਦਰੋਂ ਪਤਾ ਨਹੀਂ ਕੀ ਕੁਝ ਕੱਢ ਕੇ ਬਾਹਰ ਸਿੱਟਿਆ। ਮਰਦਾਨਾ ਕਹਿੰਦਾ ਜੀ ਮਰ ਗਏ ਸੀ, ਐਡਾ ਵੱਡਾ ਮੱਛ ਤੁਸੀਂ ਕਿੱਧਰ ਦੀ ਸਾਨੂੰ ਲੈ ਕੇ ਆਂਦਾ? ਕਹਿੰਦੇ ਕੋਈ ਨਹੀਂ ਮਰਦਾਨਿਆ, ਇਹ ਵੀ ਸਾਡਾ ਪੁਰਾਣਾ ਕੋਈ ਮਿੱਤਰ ਬੇਲੀ ਆ, ਇਹਦਾ ਵੀ ਉਧਾਰ ਕਰਨਾ ਸੀਗਾ। ਉਸ ਮਗਰਮੱਛ ਦਾ ਸਰੀਰ ਛੁਡਾਇਆ ਗੁਰੂ ਪਿਆਰਿਓ। ਬਹੁਤ ਵੱਡੀ ਉਮਰ ਤੇ ਲੰਬਾ ਚੌੜਾ ਕੱਦ ਉਹਦਾ ਹੋ ਚੁੱਕਿਆ ਸੀਗਾ। ਇਸੇ ਤਰ੍ਹਾਂ ਹੀ ਜਿੱਥੇ ਜਿੱਥੇ ਨਾਨਕ ਜੀ ਨੇ ਚਰਨ ਪਾਏ, ਉਥੋਂ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਅੱਜ ਵੀ ਲੋਕ ਨਾਨਕ ਜੀ ਦੀ ਉੱਥੇ ਸਿਫਤ ਕਰਦੇ ਹਨ। ਬੰਦਰਗਾਹਾਂ ਦੇ ਉੱਤੇ, ਦਰਿਆਵਾਂ ਦੇ ਕਿਨਾਰੇ ਜਦ ਮੱਕੇ ਨੂੰ ਗਏ ਤੇ ਸਖਰ ਪੱਖਰ ਦੀ ਬੰਦਰਗਾਹ ਦੇ ਉੱਤੇ ਜਿੱਥੇ ਬਹਾਵਦੀਨ ਵਰਗੇ ਪੀਰ ਬੈਠੇ ਆ ਜਹਾਜ਼ ਤੇ ਚੜ੍ਹਨ ਵਾਸਤੇ, ਮੱਕੇ ਜਾਣ ਵਾਸਤੇ, ਹੁਣ ਨਾਨਕ ਜੀ ਨੇ ਭਾਵੇਂ ਕਿ ਉੱਥੇ ਮੁਸਲਮਾਨਾਂ ਦਾ ਹੀ ਰੂਪ ਧਾਰਿਆ ਹੋਇਆ ਹੈ, ਡਬਲ ਰੂਪ ਧਾਰਿਆ। ਇੱਕ ਪੈਰ ਦੇ ਵਿੱਚ ਖੜਾਮ ਹੈ, ਇੱਕ ਪੈਰ ਵਿੱਚ ਜੁੱਤੀ ਆ। ਔਰ ਪੀਰ ਬਹਾਵਲਦੀਨ ਵਰਗੇ ਤੁਸੀਂ ਹੈਗੇ ਹੋ ਹਿੰਦੂ ਪੀਰ, ਅਸੀਂ ਤੁਹਾਨੂੰ ਨਾਲ ਨਹੀਂ ਲੈ ਕੇ ਜਾਣਾ। ਜਿਹੜੇ ਮੱਕੇ ਵਿੱਚ ਵੱਡੇ ਸਾਡੇ ਬੈਠੇ ਆ ਨਾ ਪੀਰ, ਉਹ ਸਾਨੂੰ ਲੜ ਪੈਣਗੇ। ਪਾਤਸ਼ਾਹ ਕਹਿੰਦੇ ਮਰਦਾਨਿਆ ਹੁਣ ਕੀ ਕਰੀਏ? ਤਾਂ ਕਹਿੰਦੇ ਨਾਲ ਨਹੀਂ ਲੈ ਕੇ ਜਾਂਦੇ। ਮਰਦਾਨਾ ਕਹਿੰਦਾ ਜੀ ਸੋਨੂੰ ਕੌਣ ਰੋਕ ਸਕਦਾ? ਮੈਂ ਤਾਂ ਮੱਕਾ ਦੇਖਣਾ ਹੀ ਦੇਖਣਾ। ਫਿਰ ਮਰਦਾਨਿਆ ਹੁਣ ਕਿਵੇਂ ਜਾਵਾਂਗੇ? ਜਹਾਜ਼ ਤਾਂ ਤੁਰ ਗਿਆ ਇਹਨਾਂ ਦਾ, ਉਹ ਸਾਰੇ ਸਮੁੰਦਰੀ ਬੇੜੇ 'ਚ ਬੈਠ ਕੇ ਤੁਰ ਗਏ। ਕਹਿੰਦੇ ਨਹੀਂ ਮਹਾਰਾਜ, ਐਵੇਂ ਬੁਲਾਓ ਨਾ ਕਰੋ, ਭਾਵ ਐਵੇਂ ਬਹਾਨੇ ਨਾ ਬਣਾਓ, ਮੈਂ ਮੱਕਾ ਦੇਖਣਾ। ਕਹਿੰਦੇ ਚੰਗਾ ਨੇਤਰ ਬੰਦ ਕਰ। ਤੁਹਾਨੂੰ ਨੇਤਰ ਬੰਦ ਕੀਤੇ ਤੇ ਥੋੜੇ ਸਮੇਂ ਬਾਅਦ ਮਰਦਾਨੇ ਨੂੰ ਕਹਿੰਦੇ ਮਰਦਾਨੇ ਅੱਖਾਂ ਖੋਲ। ਇਹਨੇ ਅੱਖਾਂ ਖੋਲੀਆਂ। ਕਹਿੰਦੀ ਉਹ ਕੀ ਦਿਖਦਾ ਸਾਹਮਣੇ? ਕਹਿੰਦੇ ਜੀ ਉਹ ਤਾਂ ਜਿਹੜੇ ਮੱਕਿਆਂ ਦੇ ਚਬੂਤਰੇ ਜੇ ਹੁੰਦੇ ਆਪਣਾ ਮਸੀਤਾਂ ਦੇ, ਉਹ ਮਸੀਤ ਦੇ ਮੱਕੇ ਆਪਣਾ ਕੋਈ ਚਬੂਤਰੇ ਆ, ਜਿਵੇਂ ਆਪਣੇ ਬਠਿੰਡੇ ਵਿੱਚ ਵੀ ਲੰਮੇ ਲੰਮੇ ਪਿੱਲਰ ਬਣਾਏ ਹੋਏ ਆ ਮਸੀਤਾਂ ਦੇ ਸਾਈਡਾਂ ਤੇ। ਕਹਿੰਦੇ ਕਿਸੇ ਮਸੀਤ ਦੇ, ਕਹਿੰਦੇ ਮਸੀਤ ਦੇ ਕਿਹੜੀ ਦੇ? ਉਹ ਮੱਕੇ ਦੀ ਆ। ਆਪਾਂ ਮੱਕੇ ਪਹੁੰਚ ਗਏ ਤਾਂ ਗੁਰੂ ਪਿਆਰੋ ਇਹ ਸਮੁੰਦਰੀ ਬੇੜਾ ਗਿਆ 1 ਸਾਲ ਵਿੱਚ ਇੱਥੋਂ ਭਾਰਤ ਵਿੱਚੋਂ ਮੱਕੇ ਨੂੰ, ਤੇ ਨਾਨਕ ਜੀ ਕੁਝ ਛਿਣਾਂ ਵਿੱਚ ਅਗਲੇ ਪਾਸੇ ਜਾ ਪਹੁੰਚੇ। 1 ਸਾਲ ਦੇ ਵਿੱਚ ਨਾਨਕ ਦੀ ਸਿਫਤ ਮੱਕੇ ਮਦੀਨੇ 'ਚ ਫੈਲ ਚੁੱਕੀ ਆ। ਤੇ ਜਦੋਂ ਇਹ ਬਹਾਵਦੀਨ ਪੀਰ ਵਰਗੇ ਗਏ ਤੇ ਪੁੱਛਦੇ ਆ, ਕਹਿੰਦੇ ਜੀ ਇਹ ਪੀਰ ਕਦੋਂ ਕਦਾ ਆਇਆ? ਕਹਿੰਦੇ ਤਾਂ ਸਾਲ ਭਰ ਹੋ ਗਿਆ ਇੱਥੇ ਪਹੁੰਚੇ ਨੂੰ। ਕੋਈ ਸਬਜ਼ੀ ਇਹ ਤਾਂ ਸਾਰਾ ਮੱਕਾ ਮਦੀਨਾ ਜਿੱਤ ਲਿਆ, ਇਹ ਤਾਂ ਮੱਕਾ ਹੀ ਘੁਮਾ ਦਿੱਤਾ ਆ ਕੇ ਆਪਣਾ। ਫਿਰ ਸੁਣ ਕੇ ਹੈਰਾਨ ਹੁੰਦੇ ਐ, ਇਉਂ ਨਾਨਕ ਜੀ ਦੀਆਂ ਸਿਫਤਾਂ ਹੋ ਰਹੀਆਂ। ਕੋਣ ਸੋ ਕਲੰਦਰੀ ਕੇ ਕੁੰਦ ਸੀ ਪਰਮਾਨੀਏ। ਔਰ ਗੁਰੂ ਪਿਆਰੋ ਕਲਿੰਦਰੀ ਜਮਨਾ ਨਦੀ ਇਹਦੇ ਤੱਟ ਉੱਤੇ ਵੀ ਨਾਨਕ ਜੀ ਗਏ ਹਨ, ਉੱਥੇ ਵੀ ਦੁਨੀਆ ਯਾਦ ਕਰਦੀ ਐ। ਕੋਟੇ ਸੀ ਕਲੰਜਰ ਸਬਨ ਮੁਖ ਰਤਨ ਸੀ। ਔਰ ਕੋਡੇ ਨਾਥ ਕੋਡੇ ਵਰਗਿਆਂ ਨੂੰ ਤਾਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਕਲੰਦਰ ਦਾ ਰੂਪ ਧਾਰਨ ਵਾਲੇ ਕਲਿੰਜਰ ਦੇਸ਼ ਵਿੱਚ ਗਏ, ਉੱਥੇ ਵੀ ਦੁਨੀਆ ਯਾਦ ਕਰਦੀ ਹੈ। ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ। ਭਾਈ ਸੰਤੋਖ ਸਿੰਘ ਵੀ ਉਸ ਨਾਨਕ ਦੀ ਸਿਫਤ ਕਰਦਾ ਹੈ ਦੋਹਰਾ। 10 ਦੇਸ਼ ਹਿੰਦੂ ਤੁਰਕ ਮੈਂ ਘਰ ਘਰ ਦੇਸ਼ ਵਿਦੇਸ਼। ਦਸੇ ਦਿਸ਼ਾਵਾਂ ਵਿੱਚ ਵੈਸੇ ਤਾਂ 4 ਦਿਸ਼ਾਵਾਂ ਮੰਨੀਆਂ ਨਾ, ਪਰ 4 ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ, ਤੇ 4 ਇਹਨਾਂ ਦੇ ਕੋਣ, ਭਾਵ ਇਹਨਾਂ ਦੇ ਸੈਂਟਰ ਜੋ ਖਾਲੀ ਰਹਿ ਗਏ। 4 ਤੇ 4 8 ਤੇ 2 ਫਿਰ ਕਿਹੜੀਆਂ ਰਹਿ ਗਈਆਂ? ਧਰਤੀ ਤੇ ਆਕਾਸ਼। ਦਸ਼ਾਂ ਦਿਸ਼ਾਵਾਂ ਦੇ ਵਿੱਚ ਕਿਆ ਹਿੰਦੂ ਕਿਆ ਤੁਰਕ, ਘਰ ਘਰ ਨਾਨਕ ਦੀ ਸਿਫਤ ਹੋ ਰਹੀ ਹੈ। ਫੁੱਲ ਬਾਰੀ ਫੂਲੀ ਜੂਹੀ ਮਲਕਾ ਸੁਮਨ ਵਿਸ਼ੇਸ਼। ਔਰ ਜਿਵੇਂ ਫੁੱਲਾਂ ਦੀ ਬਾੜੀ ਚੋਂ ਖੁਸ਼ਬੂ ਆਉਂਦੀ ਆ, ਇਉਂ ਨਾਨਕ ਜੀ ਦੀ ਸਿਫਤ ਹੋ ਰਹੀ ਜੀ। ਚੌਪਈ ਆਵਰ ਨਰਨ ਸਰ ਜਨਮ ਸੁਤਾਰੇ ਜੋ ਐਸੇ ਕੈਸੋ ਪੁੜਿਆਰੇ। ਜਿਹੜੇ ਮੂਰਖ ਲੋਕ ਕਹਿੰਦੇ ਆ ਯਾਰ ਨਾਨਕ ਵੀ ਬੰਦਾ ਹੀ ਸੀ, ਗੁੰਦਿਆਂ ਵਾਂਗੂ ਉਹਨੇ ਜਨਮ ਧਾਰਿਆ, ਉਹਦਾ ਵੀ ਮਾਂ ਪਿਓ ਸੀ, ਕਦੇ ਲੜਾਈਆਂ ਵੀ ਹੁੰਦੀਆਂ ਰਹੀਆਂ, ਬਾਲ ਬੱਚੇ ਵੀ ਹੋਏ ਆ। ਜਿਹੜੇ ਲੋਕ ਇਹ ਕਹਿੰਦੇ ਆ ਨਾਨਕ ਇੱਕ ਮਨੁੱਖ ਸੀ, ਝੂਠੇ ਹਨ। ਸੋ ਨਾਨਕ ਕੋ ਜਾਣਤ ਨਾਹੀ ਕਹਿ ਗੁਰ ਨਿੰਦਕ ਨਿੰਦਾ ਪ੍ਰਾਹੀ। ਔਰ ਉਹਨਾਂ ਨੂੰ ਨਾਨਕ ਜੀ ਦੇ ਬਾਰੇ ਪਤਾ ਹੀ ਨਹੀਂਗਾ। ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ। ਜੀਵਤ ਦੁਖ ਪਾਵੇ ਨਰ ਸੋਏ ਮੂਏ ਨਰਕ ਪ੍ਰਾਪਤ ਹੋਏ। ਜਿਹੜੇ ਨਾਨਕ ਜੀ ਨੂੰ ਏਦਾਂ ਦੇ ਬਚਨ ਬੋਲਦੇ ਆ, ਉਹ ਜਿਉਂਦੇ ਦੁਖੀ ਹੋਣਗੇ, ਮਰ ਕੇ ਨਰਕਾਂ ਵਿੱਚ ਸਿੱਟੇ ਜਾਣਗੇ। ਮੈਂ ਜਾਣੇ ਕਹਤੇ ਜੋ ਭੂਲੇ ਅਬ ਸੁਨ ਸੋ ਹੋਵੇ ਅਨਕੂਲੇ। ਭਾਈ ਜਿਹੜੇ ਮਾਫੀ ਮੰਗ ਲੈਣਗੇ ਵੀ ਸਾਥੋਂ ਜੀ ਗਲਤੀ ਹੋ ਗਈ, ਅਸੀਂ ਨਾਨਕ ਨੂੰ ਏਦਾਂ ਕਹਿ ਬੈਠੇ,
ਅੱਜ ਵੀ ਨਾਨਕ ਦੇ ਅਨੁਸਾਰ ਚੱਲ ਪੈਣ। ਦੋਹਰਾ ਸੁਨ ਸ਼ਰੋਤਨ ਸੁਖ ਪਾਈ ਮਨ ਕੀਨੋ ਬਹੁਸ ਦੇ। ਤਾਂ ਇਸ ਤਰ੍ਹਾਂ ਸਰੋਤਿਆਂ ਨੇ ਭਾਈ ਸੰਤੋਖ ਸਿੰਘ ਜੀ ਕੋਲੋਂ ਵਿਚਾਰਾ ਸੁਣ ਕੇ ਬੜਾ ਹੀ ਆਨੰਦ ਮਾਣਿਆ ਹੈ। ਵਧੀ ਰਿਤੇ ਮੇ ਲਾਲਸਾ ਕਥਾ ਸੁਣ ਪਰ ਜੇ। ਕਹਿਣ ਲੱਗੇ ਹੁਣ ਏਦਾਂ ਕਰੋ, ਫਿਰ ਇਹਨੂੰ ਕਥਾ ਨੂੰ ਅੱਗੇ ਸ਼ੁਰੂ ਕਰੋ। ਹੁਣ ਬਥੇਰੀਆਂ ਸਿਫਤਾਂ ਕਰ ਲਈਆਂ ਸੰਤੋਖ ਸਿੰਘ ਨੂੰ, ਸੰਗਤ ਕਹਿੰਦੀ ਸਾਡੇ ਸ਼ੰਕੇ ਨਿਮਿਰਤ ਹੋ ਗਏ, ਅਗਲੀ ਕਥਾ ਸੁਣਾਓ। ਹੁਣ ਅਗਲੀ ਕਥਾ ਭਾਈ ਸਾਹਿਬ ਕਿਵੇਂ ਆਰੰਭ ਕਰਦੇ ਆ। ਨਾਨਕ ਜੀ ਦੀ ਅਗਲੀ ਸਾਖੀ ਜਿਹੜੀ ਹੈ, ਪਹਿਲੀ ਉਹਨਾਂ ਦੀ ਉਦਾਸੀ ਭਾਈ ਲਾਲੋ ਦੇ ਵੱਲ ਜਾਣਾ, ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਗੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਪੀ ਹੋ ਬਨਹਾਰ ਹੇ ਸੰਤ ਹੈ ਕੈ ਸਦਾ ਸੰਗ ਦੀਦਾਰਾ ਆਧਾਰ। ਹੇ ਠਾਕੁਰ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ, ਗੁਰੂ ਜੀ ਸਰਵਣ ਕੀਤਾ। ਪਾਤਸ਼ਾਹ ਖੁਸ਼ੀ ਬਖਸ਼ਣ। ਆਓ ਕੀਰਤਨ ਸਰਵਣ ਕਰੀਏ ਜੀ। ਲਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।